ਸਤਿ ਸ਼੍ਰੀ ਅਕਾਲ। दैनिक सवेरा टीवी देख रहे हो तुसी ते मैं हरमनजीत कौर। ਅੱਜ ਦੇ ਮੁੱਦੇ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਪੰਜਾਬ ਦੀ ਰਾਜਨੀਤੀ ਦਾ ਇਸ ਵੇਲੇ ਦਾ ਸਭ ਤੋਂ ਭਖਦਾ ਮੁੱਦਾ ਪਟਿਆਲਾ ਦੀ ਐਮਪੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪਰਨੀਤ ਕੌਰ ਜੋ ਕਿ ਇਸ ਵੇਲੇ ਉਹਨਾਂ ਨੇ ਜੋ ਕਾਂਗਰਸ ਦੀ ਅਨੁਸ਼ਾਸਨ ਕਮੇਟੀ ਹੈ ਉਸ ਨੂੰ ਜਵਾਬ ਦਿੱਤਾ, ਬਹੁਤ ਹੀ ਠੋਕਵਾਂ ਜਵਾਬ ਦਿੱਤਾ। ਦੱਸਦੀ ਕਿ ਜੋ ਪਰਨੀਤ ਕੌਰ ਹੈ ਉਹਨਾਂ ਨੂੰ ਪਹਿਲਾਂ ਜੋ ਕਾਂਗਰਸ ਦੀ ਅਨੁਸ਼ਾਸਨ ਕਮੇਟੀ ਹੈ ਉਹਨਾਂ ਨੇ ਸਸਪੈਂਡ ਕਰ ਦਿੱਤਾ ਤੇ ਫਿਰ ਉਹਨਾਂ ਦੇ ਕੋਲੋਂ जो जवाब मंगया, नोटिस दिता सी, 3 दिन च जवाब मंगया ते महाराणी परनीत कौर ने इसका जवाब बहुत ही जो गुस्से दे विच कह सकते हैं ठोकवा जवाब दिता है। इस पूरे मुद्दे दे उत्ते गलबात करन लई मेरे नाल मेरे सहयोगी विनय राणा इत्थे मौजूद ने जिन्हां दे नाल इस मुद्दे दे उत्ते असीं गल करांगे। सर, महाराणी जो परनीत कौर है उन्होंने बहुत ही गुस्से दे नाल जो जवाब दिता है, की है पूरा मामला ये है कि ये शुरुआत कित्थों हुई। महाराणी परनीत कौर कैप्टन अमरिंदर सिंह दा परिवार ही काफ़ी पुराना कांग्रेसी है, कोई नवीं ये गल नहीं हैगी। महाराणी परनीत कौर हुण लगातार दूजी वारी MP हैगे ने ते इस तो पहला वो मनमोहन सिंह सरकार दे विच विदेश राज मंत्री रहे ने। काफ़ी जिहड़ी रिस्पैक्टेड जिहड़ी है फैमिली है, क्योंकि महाराजा दे टाइम दी महाराजा भुपिंदर सिंह दे वंशज ने ये कैप्टन अमरिंदर सिंह ते उन्हां दी वाइफ है। ये MP सीगे ते वो पंजाब दे एक्स ਆਪਾਂ CM ਕਹਿ ਸਕਦੇ ਹਾਂ ਤੇ ਉਹ ਕਿਉਂਕਿ ਜਦੋਂ ਉਹ ਪਾਰਟੀ ਗਤੀਵਿਧੀਆਂ ਦੇ ਵਿੱਚ ਉਹਨਾਂ ਨੂੰ ਵੀ ਇਹ ਇਲਜ਼ਾਮ ਲੱਗੇ ਕਿ ਜੀ ਉਹ ਪਾਰਟੀ ਐਕਚੁਅਲੀ ਜਦੋਂ ਹੁੰਦਾ ਕੀ ਹੈ ਕਿ ਜਦੋਂ ਕੋਈ ਸੀਨੀਅਰ ਬੰਦਾ ਜਿਹੜਾ ਬਹੁਤ ਸੀਨੀਅਰ ਪਾਰਟੀ ਦਾ ਮੈਂਬਰ ਹੁੰਦਾ ਉਸ ਨੂੰ ਜਦੋਂ ਕੋਈ ਜੂਨੀਅਰ ਆਦਮੀ, ਖਾਸ ਕਰ ਕੋਈ ਜੂਨੀਅਰ ਆਦਮੀ, ਕਿਉਂਕਿ ਤੁਸੀਂ ਕੈਪਟਨ ਆਪਾਂ ਮਹਾਰਾਣੀ ਪ੍ਰਨੀਤ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕਰਨਾ ਇਸ ਕਰਕੇ ਜ਼ਰੂਰੀ ਕਿ ਇਸ ਤੋਂ ਪਹਿਲਾਂ ਪਰਿਵਾਰ ਦੇ ਜਿਹੜੇ ਸਭ ਤੋਂ ਜਿਹਨੂੰ ਇਸ ਵੇਲੇ ਮੁਖੀਆ ਕਹਿ ਸਕਦੇ ਹਾਂ ਉਹ ਕਾਂਗਰਸ ਨੂੰ ਛੱਡ ਕੇ BJP 'ਚ ਸ਼ਾਮਲ ਹੋ ਗਏ। तो हुण जाहिर है कि जे महाराणी परनीत कौर उन्हां दी वाइफ है तो वो सिर्फ पार्टीबाजी करके तो अपने घर वालों नूं छड्ड नहीं सकती ना। तो लेकिन पार्टी उन्होंने इन्हां ने नहीं छड्डी, क्योंकि देखो वैसे भी राजनीति दे विच जरूरी नहीं है कि इक्को परिवार दे विच इक्को पार्टी की विचारधारा होवे सारिਆਂ ਦੀ। ਉਹਦੇ 'ਚ पार्टी की विचारधारा ਵੱਖਰੀ ਵੱਖਰੀ भी हो सकती है और नाले वैसे भी ये तो परिवार ਜਿਹੜਾ ਹੈਗਾ क्योंकि शुरू ਤੋਂ ਕਾਂਗਰਸ ਨਾਲ ਜੁੜਿਆ ਰਿਹਾ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਅਕਾਲੀ ਦਲ 'ਚ ਰਹੇ ਨੇ, ਲੇਕਿਨ ਲੰਬੇ ਸਮੇਂ ਤੋਂ ਜਿਹੜਾ ਕਿਹਾ ਜਾ ਸਕਦਾ ਕਿ ਇਹ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਔਰ ਪਰਿਵਾਰ ਵੀ ਪੂਰਾ ਕਾਂਗਰਸ ਦੇ ਨਾਲ ਜੁੜਿਆ। ਉਹਨਾਂ ਦਾ ਬੇਟਾ ਵੀ ਜਿਹੜਾ ਉਹ ਇਲੈਕਸ਼ਨ ਲੜ ਚੁੱਕਿਆ ਔਰ ਮਹਾਰਾਣੀ ਪ੍ਰਨੀਤ ਕੌਰ ਪਹਿਲਾਂ MLA ਰਹੀ ਹੈ, ਫਿਰ MP ਰਹੀ ਹੈ ਤੇ ਉਹ ਜਿਹੜਾ ਇਹ ਪਰਿਵਾਰ ਕਾਂਗਰਸੀ ਗਿਣਿਆ ਜਾਊਗਾ। ਤੇ ਕੈਪਟਨ ਅਮਰਿੰਦਰ ਸਿੰਘ ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਹੁੰਦੇ ਸੀਗੇ, ਨਵਜੋਤ ਸਿੰਘ ਸਿੱਧੂ ਜਦੋਂ ਪ੍ਰਧਾਨ ਹੁੰਦੇ ਸੀ ਉਹਨਾਂ ਨੇ ਕਈ ਤਰ੍ਹਾਂ ਦੇ ਕੈਪਟਨ ਅਮਰਿੰਦਰ ਸਿੰਘ 'ਤੇ ਇਲਜ਼ਾਮ ਲਾਏ ਜੀ। ਤਾਂ ਉਹ ਕੈਪਟਨ ਅਮਰਿੰਦਰ ਸਿੰਘ ਵੀ ਸਿਰਫ ਇਸੇ ਕਰਕੇ BJP 'ਚ ਸ਼ਾਮਲ ਹੋਏ ਜਾਂ ਉਹਨਾਂ ਨੇ ਪਹਿਲਾਂ ਆਪਣੀ ਪਾਰਟੀ ਬਣਾਈ ਸੀਗੀ ਪੰਜਾਬ ਲੋਕ ਕਾਂਗਰਸ, ਉਸ ਨੂੰ ਬਾਅਦ ਦੇ ਵਿੱਚ ਜਦੋਂ ਉਹ ਆਪ BJP 'ਚ ਸ਼ਾਮਲ ਹੋ ਗਏ ਉਹਨਾਂ ਨੇ ਉਹ 'ਚ ਸ਼ਾਮਲ ਕਰ ਲਿਆ ਅਤੇ ਉਹ ਉਸ ਨੂੰ ਮਰਜ ਕਰ ਲਿਆ ਪਾਰਟੀ ਨੂੰ। ਤੇ ਮਹਾਰਾਣੀ ਪ੍ਰਨੀਤ ਕੌਰ ਤੇ ਹੁਣ ਇਹੀ ਇਲਜ਼ਾਮ ਲੱਗ ਰਹੇ ਸੀਗੇ, ਜਿਹੜੀ ਪਾਰਟੀ ਦੀ ਅਨੁਸ਼ਾਸਨ ਕਮੇਟੀ ਹੈਗੀ ਹੈ ਉਹ ਇਹੀ ਇਲਜ਼ਾਮ ਲਾ ਰਹੀ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਜਿਹੜੀ ਹੈਗੀ ਆ ਉਹ ਪਾਰਟੀ ਦੀਆਂ ਜਿਹੜੀ ਵਿਰੋਧੀ ਗਤੀਵਿਧੀਆਂ ਹੈਗੀਆਂ ਉਹ 'ਚ ਸ਼ਾਮਲ ਹੈ। ਕਿਉਂਕਿ ਜ਼ਾਹਿਰ ਹੈ ਕਿ ਪਤੀ ਜੇ BJP 'ਚ ਦੇ ਵਿੱਚ ਦੋਨੋਂ ਆਪੋਜੀਸ਼ਨ ਪਾਰਟੀਆਂ ਹੈਗੀਆਂ, ਇਸ ਵੇਲੇ ਦੋਨੋਂ ਵੱਡੀਆਂ ਪਾਰਟੀਆਂ ਨੇ। ਤੇ ਮਹਾਰਾਣੀ ਪ੍ਰਨੀਤ ਕੌਰ ਨੂੰ ਪਹਿਲਾਂ ਨੋਟਿਸ ਦਿੱਤਾ ਗਿਆ, ਉਸ ਤੋਂ ਬਾਅਦ ਪਹਿਲਾਂ ਉਹਨਾਂ ਨੂੰ ਨਿਲੰਬਨ ਦਿੱਤਾ ਗਿਆ, ਯਾਨੀ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਉਸ ਤੋਂ ਬਾਅਦ ਨੋਟਿਸ ਦਿੱਤਾ ਗਿਆ ਕਿ 3 ਦਿਨ ਦੇ ਵਿੱਚ ਜਵਾਬ ਦਿਓ। ਤੀਜੇ ਦਿਨ ਜਦੋਂ ਉਹਨਾਂ ਨੇ ਜਵਾਬ ਦਿੱਤਾ ਤਾਂ ਉਹਨਾਂ ਨੇ ਜਵਾਬ ਦਿੱਤਾ ਬੜਾ ਠੋਕਵਾਂ ਜਵਾਬ ਦਿੱਤਾ ਕਿ ਪਹਿਲੀ ਤਾਂ ਗੱਲ ਉਹਨਾਂ ਸਭ ਤੋਂ ਵੱਡੀ ਗੱਲ ਇਹ ਕਹੀ ਕਿ ਜੋ ਪਾਰਟੀ ਕਰਨਾ ਚਾਹੁੰਦੀ ਹੈ ਉਹ ਕਰ ਲਵੇ। ਜੋ ਮਹਾਰਾਣੀ ਪ੍ਰਨੀਤ ਕੌਰ ਉਹਨਾਂ ਨੇ ਸਿੱਧਾ ਹੀ ਬੋਲ ਦਿੱਤਾ ਵੀ ਪਾਰਟੀ ਨੇ ਜੋ ਕਰਨਾ ਕਰ ਲਵੇ, ਆਜ਼ਾਦ ਹੈ ਕਾਰਵਾਈ ਕਰਨ ਲਈ। ਤੇ ਇਹਦਾ ਅਸਰ ਕੀ ਅੱਗੇ ਜਾ ਕੇ ਪੈ ਸਕਦਾ? ਨਹੀਂ, ਇਹਦਾ ਅਸਰ ਕੀ ਪਏਗਾ ਇਹਦੀ ਗੱਲ ਤਾਂ ਆਪਾਂ ਕਰਾਂਗੇ, ਲੇਕਿਨ ਇਹਦੇ 'ਚ ਹੁੰਦਾ ਇਹ ਕਿ ਜਦੋਂ ਹੋਇਆ ਇਹ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਕਿਉਂਕਿ ਪੁਰਾਣੀ ਕਾਂਗਰਸੀ ਨੇ ਇਹ ਸਾਰੇ, ਇਹ ਜਿਹੜੇ ਸੈਂਟਰ 'ਚ ਬੈਠੇ ਵੱਡੇ ਲੀਡਰ ਹੈ ਉਹਨਾਂ ਦੀ ਵੀ ਕਾਫੀ ਮਤਲਬ ਤਕਰੀਬਨ ਹਿਸਟਰੀ ਜਾਣਦੇ ਆ ਇਹ। ਹੁਣ ਉਹਦੇ 'ਚ ਤਾਰਿਕ ਅਨਵਰ ਹੈਗੇ ਆ, ਇਹ ਮੈਂਬਰ ਸਕੱਤਰ ਹੈਗੇ ਆ ਪਾਰਟੀ ਦੇ ਇਸ ਵੇਲੇ ਅਨੁਸ਼ਾਸਨ ਕਮੇਟੀ ਦੇ ਜਿਹੜੇ ਮੈਂਬਰ ਸਕੱਤਰ ਹੈਗੇ ਆ। ਉਹ ਇੱਕ ਵੱਡਾ ਨਾਮ ਹੈ ਤਾਰਿਕ ਅਨਵਰ, ਕਿਸੇ ਵੇਲੇ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਵੀ ਰਹੇ ਹੈ, ਠੀਕ ਹੈ ਜੀ, ਨੈਸ਼ਨਲ ਪ੍ਰਧਾਨ ਰਹੇ ਹੈ, ਬਿਹਾਰ ਕਾਂਗਰਸ ਦੇ ਪ੍ਰਧਾਨ ਰਹੇ ਹੈ। ਤੇ ਇੱਕ ਵੱਡਾ ਨਾਮ ਹੈ ਤਾਰਿਕ ਅਨਵਰ। ਲੇਕਿਨ ਮਹਾਰਾਣੀ ਪ੍ਰਨੀਤ ਕੌਰ ਨੇ ਇਹ ਗੱਲ ਕਹੀ ਹੈ ਕਿ ਅੱਜ ਉਹ ਲੋਕ ਮੇਰੇ ਤੋਂ ਜਵਾਬ ਮੰਗ ਰਹੇ ਹੈ ਜਿਹੜੇ ਕਿਸੇ ਵੇਲੇ ਆਪ ਉਸ ਵੇਲੇ ਦੀ ਜਿਹੜੀ ਪ੍ਰਧਾਨ ਸੀਗੀ ਸੋਨੀਆ ਗਾਂਧੀ, ਉਸ ਨੂੰ ਵਿਦੇਸ਼ੀ ਹੋਣ ਦਾ ਮੁੱਦਾ ਲੈ ਕੇ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਸੀ ਔਰ ਛੱਡ ਕੇ ਚਲੇ ਗਏ ਸੀ ਪਾਰਟੀ। ਅੱਜ ਉਹ ਮੇਰੇ ਤੋਂ ਜਵਾਬ ਮੰਗ ਰਹੇ ਹੈ
ਤੇ ਉਹਨਾਂ ਨੇ ਕਿਹਾ ਕਿ ਠੀਕ ਹੈ ਕਿ ਤੁਸੀਂ ਮੈਨੂੰ ਮਤਲਬ ਸਸਪੈਂਡ ਕੀਤਾ, ਮੈਨੂੰ ਨੋਟਿਸ ਭੇਜਿਆ, ਮੈਂ ਨੋਟਿਸ ਦਾ ਜਵਾਬ ਦੇ ਰਹੀ ਹਾਂ। ਨੋਟਿਸ ਦੇ ਵਿੱਚ ਉਹਨੇ ਬਹੁਤ ਖਰੀਆਂ ਜਿਹੜੀਆਂ ਸਿੱਧੀਆਂ ਗੱਲਾਂ ਲਿਖੀਆਂ ਕਿ ਤੁਸੀਂ ਜੋ ਕਰ ਸਕਦੇ ਕਰ ਲਓ। ਤੇ ਹੁਣ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਸੀਗੀ ਕਿ ਵੀ ਇਹ ਤਾਂ ਹੈ ਨਹੀਂ ਕਿ ਇੱਕ ਪਾਰਟੀਬਾਜ਼ੀ ਕਰਕੇ ਉਹ ਆਪਣੇ ਹਸਬੈਂਡ ਨੂੰ ਤਾਂ ਛੱਡ ਨਹੀਂ ਸਕਦੇ, ਠੀਕ ਹੈ। ਤੇ ਕਿਉਂਕਿ ਪਾਰਟੀ ਦੀ ਜਿਹੜੀ ਕਾਂਗਰਸ ਪਾਰਟੀ ਦੀ ਪੰਜਾਬ ਦੇ ਵਿੱਚ ਕੋਈ ਸਥਿਤੀ ਬਹੁਤ ਜ਼ਿਆਦਾ, ਕਿਉਂਕਿ ਹਾਲਾਂਕਿ ਇਹਨਾਂ ਕੋਲ MP ਸਾਰਿਆਂ ਨਾਲੋਂ ਵੱਧ ਨੇ, ਔਰ ਦੂਜੀ ਵੱਡੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਇਹ ਹੈਗੀ ਹੈ, ਕਿਉਂਕਿ BJP ਔਰ ਅਕਾਲੀ ਦਲ ਤਾਂ ਕੋਈ ਬਹੁਤ ਸਟੈਂਡ ਨਹੀਂ ਰੱਖਦੀਆਂ, ਲੇਕਿਨ ਇਹ ਜਿਹੜੀ ਹੈ ਪਾਰਟੀ, ਇਹ ਇਸ ਵੇਲੇ ਸੈਕੰਡ ਲਾਰਜੈਸਟ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਇਸ ਵਾਰੀ ਜਿਹੜੀ ਵਿਧਾਨ ਸਭਾ ਚੋਣਾਂ ਦੇ ਵਿੱਚ ਹੋਈ ਹੈ। ਹੁਣ ਇਸ ਦੇ ਬਾਵਜੂਦ ਕੋਈ ਵਿਰੋਧੀ ਜਿਹੜਾ ਹੈਗਾ ਧਿਰ, ਉਹ ਬਹੁਤਾ ਕੋਈ ਆਪਣਾ ਸਟੈਂਡ ਨਹੀਂ ਰੱਖ ਪਾ ਰਿਹਾ ਵਿਧਾਨ ਸਭਾ ਦੇ ਵਿੱਚ, ਕਿਉਂਕਿ ਹਾਕਮ ਪਾਰਟੀ ਜਿਹੜੀ ਹੈਗੀ ਆ ਉਹ ਪੂਰੀ ਜਿਹਨੂੰ ਕਹਿ ਸਕਦੇ ਮਜ਼ਬੂਤੀ ਨਾਲ ਸੱਤਾ ਦੇ ਵਿੱਚ ਹੈ, ਤੇ ਉਹਨੂੰ ਤਾਂ ਕੁਝ ਇਹ ਵਿਗਾੜ ਤਾਂ ਸਕਦੇ ਨਹੀਂ, ਲੇਕਿਨ ਆਪਣੀ ਗੱਲਬਾਤ ਰੱਖ ਸਕਦੇ। ਸਭ ਤੋਂ ਉਹਦਾ ਕਾਰਨ ਇਹ ਹੈ ਕਿ ਇਸ ਪਾਰਟੀ ਦੇ ਵਿੱਚ ਜਿਹੜੀ ਹੈ ਨਾ, ਕਾਂਗਰਸ ਪਾਰਟੀ ਦੇ ਵਿੱਚ ਖਾਸ ਕਰਕੇ ਨੈਸ਼ਨਲ ਲੈਵਲ ਤੇ, ਵੈਸੇ ਤਾਂ ਪੰਜਾਬ ਦੀ ਤਾਂ ਨਹੀਂ, ਨੈਸ਼ਨਲ ਲੈਵਲ ਤੇ ਇਕਜੁੱਟਤਾ ਦੀ ਕਮੀ ਹੋ ਗਈ ਹੈ ਬਹੁਤ। ਅਜੇ ਰਾਹੁਲ ਗਾਂਧੀ ਨੇ ਜਿਹੜੀ ਯਾਤਰਾ ਸ਼ੁਰੂ ਕੀਤੀ, ਉਸ ਦੌਰਾਨ ਵੀ ਜਿਹੜੇ ਸੂਬਿਆਂ ਤੋਂ ਯਾਤਰਾ ਨਿਕਲਦੀ ਰਹੀ, ਉੱਥੋਂ ਇਹ ਪਤਾ ਲੱਗਦਾ ਰਿਹਾ ਕਿ ਕਿਹੜਾ ਲੀਡਰ ਜਿਹੜਾ ਪਾਰਟੀ ਦੇ ਨਾਲ ਹੈ, ਕਿਹੜਾ ਲੀਡਰ ਪਾਰਟੀ ਦੇ ਨਾਲ ਨਹੀਂ ਹੈ। ਔਰ ਬਹੁਤ ਸਾਰੀ ਪੰਜਾਬ ਦੇ ਵਿੱਚ ਵੀ ਇੱਦਾਂ ਹੋਇਆ। ਹੁਣ ਪੰਜਾਬ ਦੇ ਵਿੱਚ ਕਿਉਂਕਿ ਮਹਾਰਾਣੀ ਪ੍ਰਨੀਤ ਕੌਰ ਯਾਤਰਾ ਦੇ ਵਿੱਚ ਸ਼ਾਮਲ ਨਹੀਂ, ਯਾਤਰਾ ਦੇ ਵਿੱਚ ਜੇ ਸ਼ਾਮਲ ਨਹੀਂ ਹੋਏ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਪਾਰਟੀ ਦੇ ਨਾਲ ਨਹੀਂ ਖੜੇ, ਕਿਉਂਕਿ ਬਹੁਤ ਸਾਰੇ ਲੀਡਰ ਇੱਦਾਂ ਦੇ ਹੈਗੇ ਜਿਹੜੇ ਪਾਰਟੀ ਯਾਤਰਾ 'ਚ ਸ਼ਾਮਲ ਨਹੀਂ ਹੋਏ। ਤੇ ਹੁਣ ਪ੍ਰਨੀਤ ਕੌਰ ਤੇ ਇਹੀ ਇਲਜ਼ਾਮ ਲੱਗਦਾ ਕਿ ਇਹ ਗਤੀਵਿਧੀਆਂ ਜਿਹੜੀਆਂ ਹੈਗੀਆਂ ਨਾ, ਵਿਰੋਧੀ ਗਤੀਵਿਧੀਆਂ BJP ਦੇ, ਕਿਉਂਕਿ ਹਸਬੈਂਡ BJP 'ਚ ਨੇ ਤੇ ਆਪ ਕਾਂਗਰਸ ਦੇ ਨੇ, ਤੇ ਜ਼ਾਹਿਰ ਹੈ ਕਿ ਘਰ ਦੇ ਵਿੱਚ ਤੇ ਇਕੱਠੇ ਬੈਠਦੇ ਹੋਣਗੇ ਨਾ, ਕੋਈ ਇਹ ਤਾਂ ਹੈ ਨਹੀਂ ਕਿ ਅਲੱਗ-ਅਲੱਗ ਬੈਠ ਜਾਂਦੇ ਹੋਣਗੇ। ਤੇ ਇਹਨਾਂ ਨੂੰ ਇਹ ਲੱਗਦਾ ਹੈ, ਇਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਜੋ ਜਿਹੜੀ ਡਿਸਕਸ਼ਨ ਘਰ ਦੇ ਵਿੱਚ ਹੁੰਦੀ ਹੋਊਗੀ, ਉਹਦੇ 'ਚ ਜਿਹੜਾ ਪਾਰਟੀ ਦਾ ਜਿਹੜਾ ਪਾਲਿਸੀਜ਼ ਦਾ ਆਦਾਨ ਪ੍ਰਦਾਨ ਜਾਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹਦੇ ਤੇ, ਕਿਉਂਕਿ ਤਾਂ ਹੀ ਇਹਨਾਂ ਨੂੰ ਥੋੜ੍ਹਾ ਜਿਹਾ ਨਾ ਅਲੱਗ-ਅਲੱਗ ਜਿਹਾ ਰੱਖਿਆ ਹੋਇਆ ਕਿ ਕੋਈ, ਕਿਉਂਕਿ ਹੁਣ ਇਸ ਵੇਲੇ ਇਹਨਾਂ ਤੇ ਜਿਹੜਾ ਇਹਨਾਂ ਨੂੰ ਕਾਰਵਾਈ ਜਿਹੜੀ ਕਰਵਾਈ ਗਈ ਹੈ, ਉਹ ਰਾਜਾ ਵੜਿੰਗ ਜਿਹੜੇ ਹੁਣ ਹੈਗੇ ਆ, ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਦਾ ਨਾਮ ਵੀ ਅਮਰਿੰਦਰ ਸਿੰਘ ਹੈਗਾ। ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਹੈਗੇ ਆ, ਉਹ ਇਸ ਵੇਲੇ ਮੌਜੂਦਾ ਕਾਂਗਰਸ ਦੇ ਪ੍ਰਧਾਨ ਹੈ, ਤਾਂ ਉਹਨਾਂ ਨੇ ਹੀ ਸ਼ਿਕਾਇਤ ਕੀਤੀ ਸੀਗੀ। ਇਹੀ ਕੰਮ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕੀਤਾ ਸੀਗਾ ਕਿ ਹਾਇਰ ਅਥਾਰਟੀ ਨੂੰ ਕਹਿ ਕੇ ਕਿ ਜੀ ਕੈਪਟਨ ਅਮਰਿੰਦਰ ਸਿੰਘ ਆਹ ਕਰਦੇ, ਕੈਪਟਨ ਅਮਰਿੰਦਰ ਸਿੰਘ ਨੇ ਉਹ ਕੀਤਾ, ਕੰਮ ਨਹੀਂ ਕੀਤਾ, ਫਲਾਨਾ ਨਹੀਂ ਕੀਤਾ, ਇਹ ਉਹ ਕਰਕੇ ਹੋਇਆ ਕਿ ਇੱਕ ਵੱਡਾ ਲੀਡਰ ਜਿਹਦੇ ਚਿਹਰੇ ਤੇ ਤੁਸੀਂ ਇਲੈਕਸ਼ਨ ਲੜ ਕੇ ਜਿੱਤੇ ਹੋ, ਉਹਨੂੰ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਜੁਆਇਨ ਕਰਨਾ ਪਿਆ। ਔਰ ਨਤੀਜਾ ਇਹ ਨਹੀਂ ਹੋਇਆ ਕਿ ਕਾਂਗਰਸ ਪਾਰਟੀ ਨੂੰ ਫਰਕ ਪਿਆ ਕਿ ਨਹੀਂ ਪਿਆ, ਨਤੀਜਾ ਇਹ ਹੋਇਆ ਕਿ ਜਿਸ ਪਾਰਟੀ 'ਚ BJP 'ਚ ਉਹ ਸ਼ਾਮਲ ਹੋਇਆ, ਉਹਨੂੰ ਬਹੁਤ ਮਜ਼ਬੂਤੀ ਮਿਲ ਗਈ। ਕੈਪਟਨ ਅਮਰਿੰਦਰ ਸਿੰਘ ਨੂੰ ਦੇਖ ਕੇ ਉਹਨਾਂ ਦੇ ਜਿਹੜੇ ਕਹਿ ਸਕਦੇ ਹੋ ਕਿ ਜਿਹੜੇ ਬਹੁਤ ਨੇੜੇ ਨੇਤਾ ਸੀਗੇ, ਵੱਡੇ ਲੀਡਰ ਜਿਹੜੇ ਸੀਗੇ ਕਾਂਗਰਸ ਦੇ, ਉਹ BJP 'ਚ ਸ਼ਾਮਲ ਹੋ ਗਏ। BJP ਨੂੰ ਮਜ਼ਬੂਤੀ ਮਿਲਦੀ ਗਈ, ਕਿਉਂਕਿ BJP ਦੇ ਕੋਲ ਸਿੱਖ ਚਿਹਰਾ ਜਿਹੜਾ ਸੀਗਾ ਨਵਜੋਤ ਸਿੰਘ ਸਿੱਧੂ, ਉਹਨਾਂ ਕੋਲ ਬਹੁਤ ਵੱਡਾ ਚਿਹਰਾ ਸੀਗਾ, ਸਿੱਖ ਚਿਹਰਾ, ਲੇਕਿਨ ਉਸ ਦੌਰਾਨ BJP ਦੀ ਕੋਈ ਸਥਿਤੀ ਬਹੁਤ ਜ਼ਿਆਦਾ 23 ਸੀਟਾਂ ਤੇ ਲੜਨ ਵਾਲੀ ਪਾਰਟੀ ਸੀਗੀ, ਤੇ ਬਹੁਤ ਜ਼ਿਆਦਾ ਮਜ਼ਬੂਤ ਨਹੀਂ ਸੀਗੀ, ਤੇ ਲੇਕਿਨ ਉਹ ਵੀ ਕਾਂਗਰਸ 'ਚ ਸ਼ਾਮਲ ਹੋ ਗਏ। ਤੇ ਫਿਰ ਸਿੱਖ ਚਿਹਰਾ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਜੇ ਹਰਜੀਤ ਗਰੇਵਾਲ ਜੀ ਨੂੰ ਆਪਾਂ ਸਿਰਫ ਛੱਡ ਦਈਏ, ਤੇ ਉਹਨਾਂ ਕੋਲ ਕੋਈ ਵੱਡਾ ਲੀਡਰ ਪੰਜਾਬ ਦੇ ਵਿੱਚ ਅਜਿਹਾ ਨਹੀਂ ਸੀਗਾ ਜਿਹੜਾ ਸਿੱਖ ਲੀਡਰ ਜਿਹੜਾ ਉਹਨਾਂ ਦੀ ਅਗਵਾਈ ਕਰ ਸਕੇ। ਤੇ ਹੁਣ ਪੋਜੀਸ਼ਨ ਇਹ ਹੋਈ ਹੈ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਮਲ ਹੋਣ ਦੇ ਨਾਲ ਉਹ ਕਈ ਜਿਹੜੇ ਸਿੱਖ ਚਿਹਰੇ ਹੈ, ਵੱਡੇ ਸਿੱਖ ਚਿਹਰੇ ਜਿਹੜੇ ਆ, ਉਹ ਕੁਝ ਯੂਥ ਵੀ ਹੈਗੇ ਵਿੱਚ BJP ਦੇ, ਹਾਂ, ਤੇ ਉਹ BJP 'ਚ ਸ਼ਾਮਲ ਹੋ ਗਏ। ਤੇ ਹੁਣ ਜਿਹੜੇ ਮੌਜੂਦਾ ਪ੍ਰਧਾਨ ਹੈਗੇ ਨਾ ਰਾਜਾ ਵੜਿੰਗ, ਉਹਨਾਂ ਨੂੰ ਇਹ ਲੱਗਦਾ ਪਿਆ ਕਿ ਮਹਾਰਾਣੀ ਪ੍ਰਨੀਤ ਕੌਰ ਵੀ ਸ਼ਾਇਦ BJP 'ਚ ਜਾਏਗੀ, ਲੇਕਿਨ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਜੇ ਹਸਬੈਂਡ ਇੱਕ ਪਾਰਟੀ 'ਚ ਹੈ, ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਹੋਏ ਸੀ ਉਹਨਾਂ ਨੇ ਗੱਲ ਕਹੀ ਸੀਗੀ। ਮੈਂ ਇੱਥੇ ਨਾ ਇੱਕ ਸਵਾਲ ਪੁੱਛਣਾ ਚਾਹਾਂਗੀ ਤੁਹਾਡੇ ਕੋਲੋਂ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ BJP 'ਚ ਸ਼ਾਮਿਲ ਹੋ ਗਏ, ਤੇ ਜਦੋਂ ਘਰ ਦੇ 2 ਮੈਂਬਰ ਹੋਣ ਤੇ ਆਪਸ 'ਚ ਸਲਾਹ ਮਸ਼ਵਰਾ ਤੇ ਚੱਲਦਾ ਰਹਿੰਦਾ, ਤੇ ਮਹਾਰਾਣੀ ਪ੍ਰਨੀਤ ਕੌਰ ਦੇ ਸ਼ਾਮਿਲ ਨਾ ਹੋਣ ਦੀ ਕੀ ਵਜ੍ਹਾ ਹੋ ਸਕਦੀ ਹੈ? ਦੇਖੋ, ਮਹਾਰਾਣੀ ਪ੍ਰਨੀਤ ਕੌਰ ਦੇ ਸ਼ਾਮਿਲ ਨਾ ਹੋਣ ਦੀ ਵਜ੍ਹਾ ਇੱਕ ਇਹ ਵੀ ਹੋ ਸਕਦੀ ਹੈ ਕਿ ਵਿਚਾਰਧਾਰਾ ਵੀ, ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਹੁੰਦਾ ਕੀ ਹੈ ਕਿ ਕਈ ਵਾਰੀ ਇਨਸਾਨ ਉਹ ਫਰਸਟ੍ਰੇਸ਼ਨ 'ਚ ਆਏ, ਉਹਨਾਂ ਨੇ ਕਿਹਾ ਕਿ ਇੱਕ ਕੱਲ੍ਹ ਦਾ ਮੁੰਡਾ ਜਿਹੜਾ ਪਹਿਲਾਂ ਇੰਨੇ ਸਾਲ ਵਿਰੋਧੀ ਪਾਰਟੀ 'ਚ ਰਿਹਾ, ਅਚਾਨਕ ਆ ਕੇ ਸਾਡੀ ਪਾਰਟੀ 'ਚ ਸ਼ਾਮਲ ਹੋਇਆ, ਕਾਂਗਰਸ ਦੇ ਵਿੱਚ ਸ਼ਾਮਲ ਹੋਇਆ, ਤੇ ਹਾਇਰ ਅਥਾਰਟੀ ਨੇ ਉਹਨੂੰ ਪ੍ਰਧਾਨ ਬਣਾ ਦਿੱਤਾ। ਹਾਲਾਂਕਿ ਪ੍ਰਧਾਨ ਬਣਨ ਤੋਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਤੋਂ ਤੁਹਾਨੂੰ ਪਤਾ ਹੀ ਹੈ ਕਿ ਬੋਲਣ ਵੇਲੇ ਤਾਂ ਦੇਖਦੇ ਹੀ ਨਹੀਂ ਹੈਗੇ, ਤੇ ਨਵਜੋਤ ਸਿੰਘ ਸਿੱਧੂ ਜਦੋਂ ਪ੍ਰਧਾਨ ਬਣ ਗਏ,
ਉਦੋਂ ਹੀ ਕੈਪਟਨ ਨਾਰਾਜ਼ ਹੋ ਗਏ ਸੀਗੇ, ਤੁਹਾਨੂੰ ਸਹੀ ਗੱਲ ਦੱਸਾਂ। ਔਰ ਬਾਅਦ ਚ ਜਦੋਂ ਉਹਨਾਂ ਨੇ ਮੀਟਿੰਗ ਸੱਦੀ ਇੱਕ ਚੰਡੀਗੜ੍ਹ ਦੇ ਵਿੱਚ, ਹਾਂ ਜਿਹੜੀ ਉਹ ਸਾਫ਼ ਹੀ ਦਿਖਦੀ ਰਹੀ ਹੈ। ਉਹ ਹੋਇਆ ਕਿ ਇੱਕ ਵੱਡਾ ਚਿਹਰਾ ਜਿਹੜਾ ਆ ਉਹ ਚਲੇ ਗਿਆ, ਔਰ ਮਹਾਰਾਣੀ ਪ੍ਰਨੀਤ ਕੌਰ ਨੇ ਉਸ ਵੇਲੇ ਸ਼ਾਮਿਲ ਹੋਣਾ ਜਾਂ ਤਾਂ ਜ਼ਰੂਰੀ ਨਹੀਂ ਸਮਝਿਆ ਹੋਣਾ, ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਵਿਚਾਰਧਾਰਾ ਜਿਹੜੀ ਹੈ ਉਹ, ਕਿਉਂਕਿ ਮਹਾਰਾਣੀ ਪ੍ਰਨੀਤ ਕੌਰ ਜੇਕਰ ਆਪ ਬੀਜੇਪੀ 'ਚ ਸ਼ਾਮਲ ਹੋ ਜਾਂਦੀ, ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ ਕਿ ਜੇ ਆਪ ਬੀਜੇਪੀ 'ਚ ਸ਼ਾਮਲ ਹੋ ਜਾਂਦੀ ਤਾਂ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਹੈ, ਐਮਪੀਸ਼ਿਪ ਜਿਹੜੀ ਹੈਗੀ ਹੈ, ਉਹ ਵੀ ਰੱਦ ਹੋ ਜਾਣੀ ਸੀਗੀ, ਔਰ ਇਲੈਕਸ਼ਨ ਹੋਣੀ ਸੀ ਦੁਬਾਰਾ ਪਟਿਆਲਾ ਦੇ ਵਿੱਚ। ਜਿੱਦਾਂ ਜਲੰਧਰ ਦੇ ਵਿੱਚ, ਚਲੋ ਜਲੰਧਰ ਦੇ ਵਿੱਚ ਤਾਂ ਚੌਧਰੀ ਸਾਹਿਬ ਸਵਰਗਵਾਸ ਹੋ ਗਏ ਨੇ, ਤਾਂ ਕਰਕੇ ਇਲੈਕਸ਼ਨ ਆ ਗਿਆ, ਲੇਕਿਨ ਜੇ ਉਹ ਉਸ ਵੇਲੇ ਸ਼ਾਮਲ ਹੋ ਜਾਂਦੀ ਤੇ ਹੁਣ ਵੀ ਜਿਹੜਾ ਆਹ ਨੋਟਿਸ ਜਿਹੜਾ ਇਹਨਾਂ ਨੇ ਇੰਨਾ ਸਖਤ ਦੇਣ ਦੀ ਵਜ੍ਹਾ ਵੀ ਤੁਸੀਂ ਇਹੀ ਮੰਨ ਸਕਦੇ ਹੋ, ਕਿਉਂਕਿ ਉਹਨਾਂ ਨੂੰ ਪਤਾ ਕਿ ਪਾਰਟੀ ਮੈਨੂੰ ਡਿਸਮਿਸ ਨਹੀਂ ਕਰ ਸਕਦੀ। ਤਾਂ ਹੀ ਤਾਂ ਉਹਨਾਂ ਦਾ ਇੰਨਾ ਸਖਤ ਜਿਹਾ ਰਵੱਈਆ ਨਜ਼ਰ ਆਇਆ। ਉਹਨਾਂ ਨੇ ਸਾਫ਼ ਹੀ ਕਿਹਾ ਵੀ ਜੋ ਕਰਨਾ ਕਰ ਲਓ, ਤੁਸੀਂ ਆਜ਼ਾਦ ਹੋ, ਵੀ ਮੈਂ ਤਾਂ ਲੋਕਾਂ ਲਈ ਖੜੀ ਸੀ, ਮੈਂ ਜੋ ਕੀਤਾ ਵੀ ਸਹੀ ਕੀਤਾ। ਉਹਨਾਂ ਨੇ ਆਪਣੇ ਆਪ ਨੂੰ ਤਾਂ ਕਿਤੇ ਗਲਤ ਸਾਬਿਤ ਨਹੀਂ ਹੋਣ ਦਿੱਤਾ। ਉਹਨਾਂ ਨੇ ਸਿੱਧਾ ਕਿਹਾ ਕਿ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਜੀ ਇਹ ਜਿਹੜੇ ਵਿਰੋਧੀ ਧਿਰ ਦੇ ਲੀਡਰ ਹੈ ਨਾ, ਉਹਨਾਂ ਨਾਲ ਇਹ ਮਿਲਦੇ ਜੁਲਦੇ ਨੇ, ਤੇ ਇਹ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਮੈਂ ਐਮਪੀ ਆ, ਲੋਕਾਂ ਦੀ ਨੁਮਾਇੰਦਗੀ ਕਰਦੀ ਆ, ਤੇ ਜੇ ਮੈਂ ਲੋਕਾਂ ਦੀ ਨੁਮਾਇੰਦਗੀ ਕਰਦੀ ਆ ਤੇ ਜਦੋਂ ਸੱਤਾ ਦੇ ਵਿੱਚ ਕੋਈ ਹੋਰ ਪਾਰਟੀ ਹੈ, ਸੂਬੇ ਦੇ ਵਿੱਚ ਵੀ ਤੇ ਕੇਂਦਰ ਦੇ ਵਿੱਚ ਵੀ, ਜਦੋਂ ਸੱਤਾ ਦੇ ਵਿੱਚ ਕੋਈ ਹੋਰ ਪਾਰਟੀ ਹੈ ਤੇ ਅਸੀਂ ਜਿਹੜੀ ਫੈਸਿਲਿਟੀਜ਼ ਆਪਣੇ ਲੋਕਾਂ ਲਈ ਲੈਣੀਆਂ ਹੈ ਤੇ ਲੈਣੀ ਤਾਂ ਉਹਨਾਂ ਕੋਲੋਂ ਹੀ ਹੈ ਨਾ, ਤੇ ਜੇ ਕਿਉਂ ਨਹੀਂ ਉਹਨਾਂ ਨੂੰ ਮੁਲਾਕਾਤ ਕਰਨ 'ਚ ਕੀ ਹਰਜ ਹੈ? ਇਹ ਤਾਂ ਪਰੰਪਰਾ ਰਹੀ ਹੈ। ਇਹੀ ਗੱਲ ਉਹਨਾਂ ਨੇ ਕਹੀ ਹੈ ਕਿ ਇਹ ਪਰੰਪਰਾ ਰਹੀ ਹੈ ਕਿ ਜਦੋਂ ਕੋਈ ਵੀ ਲੀਡਰ ਕਿਸੇ ਆਪੋਜੀਸ਼ਨ ਪਾਰਟੀ ਦਾ ਲੀਡਰ ਹੁੰਦਾ ਤੇ ਜੇ ਸੱਤਾ ਦੇ ਵਿੱਚ ਜਿਹੜੀ ਪਾਰਟੀ ਹੈਗੀ ਉਹਨਾਂ ਦੇ ਲੀਡਰਾਂ ਨਾਲ ਮਿਲਣਾ ਹੀ ਪੈਂਦਾ, ਉਹਨਾਂ ਨੂੰ ਦੱਸਣਾ ਪੈਂਦਾ ਕਿ ਉਹਨਾਂ ਦੇ ਹਲਕੇ ਦੀਆਂ ਕੀ ਦਿੱਕਤਾਂ ਨੇ, ਕੀ ਪ੍ਰੋਬਲਮਸ ਨੇ, ਤੇ ਉਹਨਾਂ ਨੂੰ ਹੱਲ ਕਰਨ ਵਾਸਤੇ ਤੁਸੀਂ ਕੀ ਕਰ ਰਹੇ ਹੋ। ਤੇ ਉਹ ਕਹਿੰਦੇ ਕਿ ਇਹਦੇ 'ਚ ਤਾਂ ਕੋਈ ਬੁਰਾਈ ਨਹੀਂ ਹੈਗੀ, ਫਿਰ ਵੀ ਜੇ ਤੁਹਾਨੂੰ ਇਤਰਾਜ਼ ਹੈਗਾ ਤੇ ਤੁਸੀਂ ਜੋ ਕਰਨਾ ਕਰ ਲਓ। ਕਿਉਂਕਿ ਵੈਸੇ ਵੀ ਇਹ ਪਰਿਵਾਰ ਜਿਹੜਾ ਹੈਗਾ, ਕੈਪਟਨ ਅਮਰਿੰਦਰ ਸਿੰਘ ਪਰਿਵਾਰ, ਇੱਕ ਵੱਡਾ ਪਰਿਵਾਰ ਹੈ, ਬਹੁਤ ਵੱਡਾ ਰਜਵਾੜਾ ਪਰਿਵਾਰ ਹੈ, ਔਰ ਇਹਨਾਂ ਦੇ ਕੋਲ ਵੈਸੇ ਹੀ ਜਿਹੜਾ ਪਟਿਆਲਾ ਔਰ ਉਸ ਦੇ ਨਾਲ ਲੱਗਦੇ, ਜਦੋਂ ਕਿਉਂਕਿ ਰਿਆਸਤੀ ਸ਼ਹਿਰ ਹੈ ਪਟਿਆਲਾ ਵੀ, ਔਰ ਰਿਆਸਤ ਇਹਨਾਂ ਦੀ ਹੀ ਹੁੰਦੀ ਸੀਗੀ, ਤੇ ਜ਼ਾਹਿਰ ਹੈ ਕਿ ਬਹੁਤ ਸਾਰੇ ਪਰਿਵਾਰ ਜਿਹੜੇ ਹੈਗੇ ਆ ਉਹ ਉਹਨਾਂ ਨਾਲ ਵੈਸੇ ਹੀ ਜੁੜੇ ਹੋਏ ਆ, ਸਿੱਧੇ ਤੌਰ 'ਤੇ ਹੀ ਜੁੜੇ ਹੋਏ ਆ। ਤੇ ਕੈਪਟਨ ਅਮਰਿੰਦਰ ਸਿੰਘ ਦੇ ਬੀਜੇਪੀ 'ਚ ਸ਼ਾਮਲ ਹੋ ਜਾਣ ਨਾਲ ਇਸ ਗੱਲ ਦਾ ਵੀ ਜਿਹੜਾ ਪਾਰਟੀ ਨੂੰ ਨੁਕਸਾਨ ਹੋਇਆ। ਔਰ ਹੁਣ ਜਦੋਂ ਇਹ ਸਟੈਪ ਚੁੱਕਿਆ ਗਿਆ ਜਿਹੜਾ ਕਿ ਵੀ ਮਹਾਰਾਣੀ ਪ੍ਰਨੀਤ ਕੌਰ ਨੂੰ ਵੀ ਨੋਟਿਸ ਦੇ ਦਿੱਤਾ ਗਿਆ ਔਰ ਉਹਨੂੰ ਸਸਪੈਂਡ ਕਰ ਦਿੱਤਾ ਗਿਆ, ਤੇ ਇਹਦੇ ਨਾਲ ਵੀ ਪਾਰਟੀ ਨੂੰ ਜਿਹੜਾ ਉਹ ਨੁਕਸਾਨ ਹੋ ਸਕਦਾ। ਔਰ ਮਹਾਰਾਣੀ ਪ੍ਰਨੀਤ ਕੌਰ ਨੂੰ ਪਤਾ ਹੈ ਕਿ ਸਾਨੂੰ ਇਹਦਾ ਕੋਈ ਨੁਕਸਾਨ ਨਹੀਂ ਹੈਗਾ, ਕਿਉਂਕਿ ਜੇ ਪਾਰਟੀ ਉਹਨੂੰ ਡਿਸਮਿਸ ਕਰਦੀ ਹੈ ਤੇ ਉਹਨਾਂ ਦੀ ਮੈਂਬਰਸ਼ਿਪ ਨਹੀਂ ਜਾਂਦੀ ਫਿਰ, ਠੀਕ ਹੈ, ਤੇ ਜੇ ਉਹ ਆਪ ਛੱਡਦੇ ਆ ਤਾਂ ਉਹਨਾਂ ਦੀ ਮੈਂਬਰਸ਼ਿਪ ਚਲੇ ਜਾਂਦੀ ਹੈ। ਤੇ ਇਸ ਕਰਕੇ ਉਹਨਾਂ ਨੇ ਸਖਤੀ ਦੇ ਪੂਰੀ ਠੋਕ ਕੇ ਜਵਾਬ ਦਿੱਤਾ ਕਿ ਜੋ ਤੁਸੀਂ ਕਰਨਾ ਕਰ ਲਓ ਯਾਰ। ਇਹ ਕਾਰਨ ਹੈਗਾ ਜਿਹੜਾ ਕਿ ਮਹਾਰਾਣੀ ਪ੍ਰਨੀਤ ਕੌਰ ਸ਼ਾਮਿਲ ਵੀ ਨਹੀਂ ਹੋਏ, ਔਰ ਸਖਤ ਜਵਾਬ ਦੇਣ ਦਾ ਇਹੀ ਕਾਰਨ ਹੈਗਾ। ਹਾਂਜੀ, ਜੋ ਮਹਾਰਾਣੀ ਪ੍ਰਨੀਤ ਕੌਰ ਹੈ, ਇਹਨਾਂ ਨੇ ਜਵਾਬ ਦਿੱਤਾ ਹੈ, ਉਹਦੇ ਵਿੱਚ ਇਹਨਾਂ ਨੇ ਇੱਕ ਕਾਂਗਰਸ ਦੇ ਵੱਡੇ ਚਿਹਰੇ ਦਾ ਨਾਮ ਵੀ ਲਿਆ ਤੇ ਉਹਦੇ ਤੇ ਸਵਾਲ ਵੀ ਚੁੱਕੇ ਆ। ਦੇਖੋ, ਤਾਰਿਕ ਅਨਵਰ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ, ਤਾਰਿਕ ਅਨਵਰ ਇੱਕ ਵੱਡਾ ਨਾਮ ਸੀਗਾ, ਕਾਂਗਰਸ ਦਾ ਵੱਡਾ ਨਾਮ ਸੀਗਾ, ਨਹੀਂ ਮਤਲਬ ਹੈਗਾ, ਔਰ ਉਹ ਇਸ ਵੇਲੇ ਜਿਹੜੀ ਡਿਸਪਲਿਨ ਕਮੇਟੀ ਹੈਗੀ ਹੈ ਕਾਂਗਰਸ ਦੀ, ਅਨੁਸ਼ਾਸਨਾਤਮਕ ਕਮੇਟੀ ਜਿਹੜੀ ਹੈਗੀ ਹੈ, ਉਹਦੇ 77 ਮੈਂਬਰ ਨੇ, ਜਿਹਨੂੰ ਕਹਿ ਸਕਦੇ ਆਪਾਂ, ਯਾਨੀ ਕਿ ਪਾਵਰਫੁਲ ਸਿਚੁਏਸ਼ਨ 'ਚ ਨੇ ਉਹ। ਲੇਕਿਨ ਉਹਨਾਂ ਨੇ ਕੀ ਕੀਤਾ ਸੀਗਾ ਕਿ ਜਦੋਂ 1982 ਦੇ ਵਿੱਚ ਨਾ ਉਹ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਵੀ ਰਹੇ ਹੈ, 85 ਤੱਕ ਪ੍ਰਧਾਨ ਰਹੇ ਆ। ਉਸ ਤੋਂ ਬਾਅਦ ਉਹਨਾਂ ਨੇ ਜਾ ਕੇ 1999 ਦੇ ਵਿੱਚ ਇਹ ਮੁੱਦਾ ਚੁੱਕਿਆ ਕਿ ਸੋਨੀਆ ਗਾਂਧੀ ਜਿਹੜੀ ਕਾਂਗਰਸ ਦੀ ਪ੍ਰਧਾਨ ਹੈਗੀ ਹੈ, ਉਹ ਵਿਦੇਸ਼ੀ ਮੂਲ ਦੀ ਹੈ। ਇਸ ਦੇ ਬਾਵਜੂਦ ਉਹ ਸਾਡੇ ਦੇਸ਼ ਦੀ ਇੱਕ ਵੱਡੀ ਪਾਰਟੀ ਜਿਹੜੀ ਹੈ ਉਹਦੀ ਪ੍ਰਧਾਨ ਹੈਗੀ ਹੈ। ਇਹਨਾਂ ਨੇ ਮੁੱਦਾ ਚੁੱਕਿਆ ਜੀ, ਵਿਦੇਸ਼ੀ ਮੂਲ ਦਾ ਮੁੱਦਾ ਚੱਕ ਕੇ ਛੱਡ ਗਏ, ਪਾਰਟੀ ਛੱਡ ਗਏ, ਠੀਕ ਹੈ। ਇਹ ਰਾਸ਼ਟਰਵਾਦੀ ਕਾਂਗਰਸ ਦੇ ਵਿੱਚ ਚਲੇ ਗਏ, ਇਹਨਾਂ ਨੇ ਜੁਆਇਨ ਕਰ ਲਿਆ, ਰਾਸ਼ਟਰਵਾਦੀ ਕਾਂਗਰਸ ਜੁਆਇਨ ਕਰ ਲਿਆ, ਬਹੁਤ ਜ਼ਿਆਦਾ ਬਿਆਨਬਾਜ਼ੀ ਕੀਤੀ, ਤੇ ਉਹ ਜਿਹੜੀ ਉਹੀ ਗੱਲ ਜਿਹੜੀ ਹੈ ਉਸ ਨੂੰ ਹੀ ਮੁੱਦਾ ਬਣਾਇਆ ਪ੍ਰਨੀਤ ਕੌਰ ਨੇ, ਉਸ ਨੂੰ ਹੀ ਮੁੱਦਾ ਬਣਾਇਆ ਕਿ ਅੱਜ ਉਹ ਮੈਨੂੰ ਨੋਟਿਸ ਭੇਜ ਰਹੇ ਹੈ ਜਿਹੜੇ ਖੁਦ 20 ਸਾਲ ਪਾਰਟੀ ਤੋਂ ਬਾਹਰ ਰਹਿ ਕੇ ਪਾਰਟੀ ਦੀਆਂ ਬਦਖੋਈਆਂ ਕਰਦੇ ਰਹੇ ਨੇ, ਪਾਰਟੀ ਦੀ ਹਾਇਰ ਅਥਾਰਟੀ ਦੇ ਖਿਲਾਫ ਬਿਆਨਬਾਜ਼ੀਆਂ ਕਰਦੇ ਰਹੇ ਨੇ, ਤਰ੍ਹਾਂ ਤਰ੍ਹਾਂ ਦੇ ਮੁੱਦੇ ਚੁੱਕਦੇ ਰਹੇ ਨੇ, ਉਹਨਾਂ ਦੇ ਉਹ ਮੁੱਦੇ ਚੁੱਕ ਕੇ ਸਾਹਮਣੇ ਲਿਆਂਦੇ ਰਹੇ ਨੇ ਜਿਨ੍ਹਾਂ ਦੀ ਕੋਈ ਲੋੜ ਵੀ ਨਹੀਂ ਸੀਗੀ। ਇਹ ਮਹਾਰਾਣੀ ਪ੍ਰਨੀਤ ਕੌਰ ਨੇ ਸ਼ਾਇਦ ਇਸੇ ਕਰਕੇ ਇਹ ਇੰਨਾ ਸਖਤ ਜਵਾਬ ਦਿੱਤਾ ਕਿ ਜਦ ਉਹਨਾਂ ਦਾ ਕੁਝ ਨਹੀਂ ਵਿਗੜ ਸਕਿਆ ਪਾਰਟੀ ਦੇ ਵਿੱਚ, ਉਹ 20 ਸਾਲ ਬਾਅਦ ਆ ਕੇ ਪਾਰਟੀ ਦੇ ਵਿੱਚ ਇੱਕ ਪਾਵਰਫੁਲ ਪੋਸਟ 'ਤੇ ਬੈਠੇ ਹੋਏ ਨੇ, ਤੇ ਮੇਰਾ ਜੀ ਵੱਧ ਤੋਂ ਵੱਧ ਮੈਨੂੰ ਜੇ ਹਟਾ ਵੀ ਦਿੰਦੇ, ਮੈਨੂੰ ਕੱਢ ਵੀ ਦਿੰਦੇ ਆ, ਤੇ ਇੱਕ ਤਾਂ ਮੈਂ ਐਮਪੀ ਰਹੂੰਗੀ,
24 ਦੇ ਵਿੱਚ ਜੇ ਮੈਨੂੰ ਸ਼ਾਮਲ ਹੋਣਾ ਵੀ ਹੋਏਗਾ ਬੀਜੇਪੀ ਦੇ ਵਿੱਚ ਤੇ ਕਿਉਂ ਨਾ ਇਲੈਕਸ਼ਨ ਤੋਂ ਪਹਿਲਾਂ ਸ਼ਾਮਲ ਹੋਵਾਂ, ਜਦੋਂ ਤੱਕ ਮੇਰੀ ਇਹ ਮੈਂਬਰਸ਼ਿਪ ਵੀ ਪੂਰੀ ਹੋ ਜਾਏਗੀ ਤੇ ਉਧਰੋਂ ਉਹ ਟਿਕਟ ਮਿਲਣ ਦੇ ਚਾਂਸਸ ਜ਼ਿਆਦਾ ਹੋ ਜਾਂਦੇ ਨੇ। ਤੇ ਹੁੰਦਾ ਇਹ ਕਿ ਇਹ ਜਿਹੜੇ ਸਿਆਸੀ ਲੋਕ ਨੇ ਇਹ ਬਹੁਤ ਕੁਝ ਸੋਚ ਸਮਝ ਕੇ ਹੀ ਕੋਈ ਫੈਸਲਾ ਲੈਂਦੇ। ਜਾਂ ਤਾਂ ਕੈਪਟਨ ਜਿਹੜੀ ਕਾਂਗਰਸ ਪੰਜਾਬ ਕਾਂਗਰਸ ਕਮੇਟੀ ਹੈਗੇ ਜਿਹੜੇ ਰਾਜਾ ਵੜਿੰਗ ਹੈਗੇ ਜਿਹੜੇ, ਇਹਨਾਂ ਨੂੰ ਚਾਹੀਦਾ ਸੀ ਕਿ ਹੁਣ ਪਤਾ ਤਾਂ ਹੈਗਾ ਕਿ ਇਲੈਕਸ਼ਨ ਅਗਲੇ ਸਾਲ ਤਾਂ ਇਲੈਕਸ਼ਨ ਹੈਗੇ ਆ, ਠੀਕ ਹੈ, ਤੇ ਇਹਨਾਂ ਨੂੰ ਚਾਹੀਦਾ ਸੀ ਜਾਂ ਕਿ ਹੁਣ ਕਰਦੇ ਹੀ ਨਾ, ਸਸਪੈਂਡ ਕਰਨ ਦਾ ਹੁਣ ਕੋਈ ਫਾਇਦਾ ਹੀ ਕੋਈ ਨਹੀਂ ਹੈਗਾ। ਜੇ ਸਸਪੈਂਡ ਕਰਨਾ ਹੈ ਜਾਂ ਤਾਂ ਡਿਸਮਿਸ ਕਰੋ, ਠੀਕ ਹੈ, ਡਿਸਮਿਸ ਕਰਦੇ ਜੇ ਐਮਪੀ ਬਣੇ ਰਹਿੰਦੇ ਤਾਂ ਬਣੇ ਰਹਿਣ, ਤੁਹਾਨੂੰ ਕੀ ਹੈ, ਠੀਕ ਹੈ ਨਾ। ਲੇਕਿਨ ਜੇ ਸਸਪੈਂਡ ਵੀ ਨਹੀਂ, ਤੁਸੀਂ ਡਿਸਮਿਸ ਵੀ ਨਹੀਂ ਕਰਨਾ ਔਰ ਇਕੱਲਾ ਸਸਪੈਂਡ ਕਰਨਾ, ਤੇ ਕਿਉਂ ਤੁਸੀਂ ਲੀਡਰ ਨੂੰ ਨਾਰਾਜ਼ ਕਰ ਰਹੇ ਹੋ ਸਕਦਾ ਉਹਦੀ ਵਿਚਾਰਧਾਰਾ ਤੁਹਾਡੇ ਨਾਲ ਮੈਚ, ਮਤਲਬ ਜੋ ਇਹ ਤੁਹਾਨੂੰ ਲੱਗਦਾ ਕਿ ਵੀ ਉਹ ਪਾਰਟੀ ਗਤੀਵਿਧੀਆਂ 'ਚ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੈ, ਤੇ ਇਹ ਕੋਈ ਜ਼ਰੂਰੀ ਵੀ ਨਹੀਂ ਹੈ। ਮੈਂ ਜਿੱਦਾਂ ਤੁਹਾਨੂੰ ਪਹਿਲਾਂ ਕਿਹਾ ਕਿ ਵਿਚਾਰਧਾਰਾ ਇੱਕੋ ਪਰਿਵਾਰ ਦੇ ਵਿੱਚ ਅਲੱਗ-ਅਲੱਗ ਸਿਆਸੀ ਦਲ ਨਾਲ ਜੁੜੀ ਹੋ ਸਕਦੀ, ਕੋਈ ਵੱਡੀ ਗੱਲ ਨਹੀਂ ਹੈਗੀ ਕਿ ਨਹੀਂ। ਤੇ ਇਹ ਸਾਰੀ ਚੀਜ਼ਾਂ ਜਿਹੜੀਆਂ ਨਾ, ਇਹ ਹੁਣ ਸਿਆਣੇ ਜਿਹੜੇ ਇਸੇ ਕਰਕੇ ਪਾਰਟੀਆਂ, ਜਿਹੜੀ ਸਿਆਸੀ ਪਾਰਟੀਆਂ ਹੈਗੀਆਂ, ਉਹ ਮੈਚਿਓਰ ਲੋਕਾਂ ਨੂੰ ਲੀਡਰਸ਼ਿਪ ਦਿੰਦੀਆਂ ਜਾਂ ਕਿ ਅਗਵਾਈ ਕਰਨ ਦਾ ਮੌਕਾ ਦਿੰਦੀਆਂ, ਕਿਉਂਕਿ ਉਹ ਬੜਾ ਸੋਚ ਸਮਝ ਕੇ, ਜੇ ਉਹਨਾਂ ਨੇ ਹਾਇਰ ਅਥਾਰਟੀ ਨੂੰ ਵੀ ਕੋਈ ਸਲਾਹ ਦੇਣੀ ਹੈ ਨਾ, ਤਾਂ ਬੜੀ ਚਾਰੇ ਪਾਸੇ ਸੋਚ ਸਾਚ ਕੇ ਫਿਰ, ਕਿਉਂਕਿ ਜਦੋਂ ਕੋਈ ਸੂਬੇ ਦਾ ਕੋਈ ਲੀਡਰ ਹੈ, ਲੀਡ ਜਿਹੜਾ ਕਰ ਰਿਹਾ, ਜਿੱਦਾਂ ਹੁਣ ਰਾਜਾ ਵੜਿੰਗ ਕਰ ਰਿਹਾ ਲੀਡ, ਉਹਨਾਂ ਨੂੰ ਜਦੋਂ ਸੂਬੇ ਦੀ ਮੌਜੂਦਾ ਆਉਣ ਵਾਲੀ ਸਥਿਤੀ ਔਰ ਗਈ ਸਥਿਤੀ ਜਿਹੜੀ ਹੈ, ਉਹ ਜਦੋਂ ਉਹਦੇ ਬਾਰੇ ਪੂਰੇ ਸਿਆਸੀ ਗਿਆਨ ਹੁੰਦਾ, ਫਿਰ ਉਹ ਫੈਸਲਾ ਸੋਚ ਸਮਝ ਕੇ ਲੈਂਦੇ ਆ। ਜਿਸ ਕਰਕੇ ਇਹ ਹਮੇਸ਼ਾ ਜਿਹੜੀ ਪਾਰਟੀਆਂ ਉਹ ਇੱਕ ਬਹੁਤ ਮੈਚੂਰ ਔਰ ਸਿਆਣੇ ਬੰਦੇ ਨੂੰ ਲੀਡਰਸ਼ਿਪ ਦਿੰਦੀਆਂ, ਮਤਲਬ ਪ੍ਰਧਾਨਗੀ ਦਿੰਦੀ ਆ, ਕਹਿ ਲਓ ਕਿ ਵੱਡੇ ਅਹੁਦੇ ਦਿੰਦੇ ਆ। ਤੇ ਹੁਣ ਜਦੋਂ ਇਹ ਜਿਹੜਾ ਕੰਮ ਹੋਇਆ ਨਾ, ਇਹਦੇ 'ਚ ਪ੍ਰਨੀਤ ਕੌਰ ਨੂੰ ਇਸੇ ਕਰਕੇ ਡਰ ਨਹੀਂ ਲੱਗ ਰਿਹਾ, ਉਹਨੂੰ ਪਤਾ ਹੈ ਕਿ ਇਹ ਮੇਰਾ ਕੁਝ ਨਹੀਂ ਵਿਗਾੜ ਸਕਦੇ, ਵੱਧ ਤੋਂ ਵੱਧ ਮੈਨੂੰ ਜੇ ਡਿਸਮਿਸ ਕਰ ਵੀ ਦਿੰਦੇ ਆ ਤੇ ਉਹਨਾਂ ਨੇ ਐਮਪੀ ਰਹਿਣਾ ਹੈ, ਐਮਪੀ ਰਹਿਣਾ, ਤੇ ਜਦ ਤੱਕ ਉਹਨਾਂ ਨੇ ਐਮਪੀਸ਼ਿਪ ਉਹਨਾਂ ਦੀ ਖਤਮ ਹੋਣ ਵਾਲੀ ਹੋਏਗੀ, ਉਸ ਤੋਂ ਬਾਅਦ ਇਲੈਕਸ਼ਨ ਆ ਜਾਣੇ, ਤੇ ਇਲੈਕਸ਼ਨ ਦੇ ਵਿੱਚ ਉਹ ਭਾਵੇਂ ਜੇ ਕਾਂਗਰਸ ਪਾਰਟੀ ਉਹਨਾਂ ਨੂੰ ਟਿਕਟ ਨਹੀਂ ਵੀ ਦਿੰਦੀ ਤੇ ਬੀਜੇਪੀ ਉਹਨਾਂ ਨੂੰ ਟਿਕਟ ਦੇ ਦੇਊਗੀ, ਕਿਉਂਕਿ ਹਸਬੈਂਡ ਤਾਂ ਉਹਨਾਂ ਦੇ ਪਹਿਲੇ ਬੀਜੇਪੀ 'ਚ ਨੇ, ਔਰ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਹਜੇ ਪਿੱਛੇ ਰੌਲਾ ਪਿਆ ਕਿ ਉਹਨਾਂ ਨੂੰ ਸ਼ਾਇਦ ਹੋ ਸਕਦਾ ਹੈ ਕਿ ਮਹਾਰਾਸ਼ਟਰ ਦਾ ਗਵਰਨਰ ਬਣਾਤਾ ਜਾਵੇ, ਤੇ ਜੇ ਉਹਨਾਂ ਨੂੰ ਗਵਰਨਰ ਬਣਾਤਾ ਜਾਵੇ, ਜ਼ਾਹਿਰ ਹੈ ਕਿ ਉਹਨਾਂ ਨੂੰ ਟਿਕਟ ਤਾਂ ਚਾਹੀਦੀ ਨਹੀਂ ਹੁਣ, ਕਿਉਂਕਿ ਉਮਰ ਉਹਨਾਂ ਦੀ ਕਾਫੀ ਹੋ ਗਈ ਹੈ। ਤੇ ਜੇ ਐਮਪੀ ਦੀ ਟਿਕਟ ਉਹਨਾਂ ਨੂੰ ਪੰਜਾਬ ਦੇ ਵਿੱਚ ਪਟਿਆਲੇ ਤੋਂ ਦੇਣੀ ਵੀ ਹੈ, ਤੇ ਮਹਾਰਾਣੀ ਪ੍ਰਨੀਤ ਕੌਰ ਹੈਗੀ ਹੈ, ਮਹਾਰਾਣੀ ਪ੍ਰਨੀਤ ਕੌਰ ਨਹੀਂ ਹੈ, ਤੇ ਬੀਜੇਪੀ ਕੋਲ ਹੋਰ ਲੀਡਰ ਹੈਗੇ, ਜੇ ਉਹ ਬੀਜੇਪੀ ਨਾਲ ਜੁੜ ਵੀ ਜਾਂਦੇ ਆ ਮੰਨ ਲਓ, ਤੇ ਔਰ ਬੀਜੇਪੀ ਦੀ ਜਿਹੜੀ ਐਮਪੀ ਦੀ ਸੀਟ ਹੈ ਔਰ ਉਹ ਬੀਜੇਪੀ ਜਿੱਤ ਜਾਂਦੀ ਹੈ, ਤੇ ਜੇ ਉਹ ਮਹਾਰਾਣੀ ਪ੍ਰਨੀਤ ਕੌਰ ਨਹੀਂ ਵੀ ਇਲੈਕਸ਼ਨ ਲੜਦੀ, ਤੇ ਤਾਂ ਵੀ ਕਿਉਂਕਿ ਉਹਨਾਂ ਦੇ ਹਸਬੈਂਡ ਬੀਜੇਪੀ ਦੇ ਵਿੱਚ ਬਹੁਤ ਪਾਵਰਫੁਲ ਅਹੁਦੇ 'ਤੇ ਹੋਣਗੇ, ਤੇ ਉਹਨਾਂ ਨੂੰ ਤਾਂ ਕੋਈ ਫਰਕ ਹੀ ਨਹੀਂ ਪਿਆ, ਉਹ ਤਾਂ ਪਾਵਰ 'ਚ ਹੀ ਨੇ ਇੱਕ ਤਰ੍ਹਾਂ ਦੇ। ਇਹੀ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਮਹਾਰਾਣੀ ਪ੍ਰਨੀਤ ਕੌਰ ਦੇ ਵਿਚਾਰਾਂ ਨੂੰ ਇੱਕ ਮਜ਼ਬੂਤੀ ਦੇ ਰਹੀਆਂ। ਤੇ ਜਿਹੜੀ ਆਪੋਜੀਸ਼ਨ, ਯਾਨੀ ਆਪੋਜੀਸ਼ਨ ਆਪਾਂ ਕਹਿ ਸਕਦੇ ਹਾਂ ਇਸ ਵੇਲੇ, ਕਿਉਂਕਿ ਜੋ ਵੀ ਸ਼ਿਕਾਇਤਾਂ ਕਰ ਰਹੇ ਹੈ, ਚਾਹੇ ਉਹ ਰਾਜਾ ਵੜਿੰਗ ਨੇ ਜਾਂ ਹੋਰ ਕਈ ਜਿਹੜੇ ਕਾਂਗਰਸ ਲੀਡਰ ਹੈਗੇ ਆ, ਜੇ ਉਹ ਸ਼ਿਕਾਇਤਾਂ ਕਰ ਰਹੇ ਆ, ਤੇ ਉਹਨਾਂ ਨੂੰ ਇਹ ਸਾਰਾ ਕੁਝ ਸੋਚ ਕੇ ਪੂਰਾ ਜਿਹੜਾ ਸੋਚ ਕੇ, ਕਿਉਂਕਿ ਆਪਣਾ ਇੱਕ ਮੈਂਬਰ ਹੀ ਘਟਾਉਣਗੇ ਨਾ ਉਹ ਤਾਂ, ਜੇ ਉਹਨਾਂ ਕੋਲ ਐਮਪੀ ਹੈਗੇ ਆ, ਇੱਕ ਮਤਲਬ ਅੱਛਾ ਆਂਕੜਾ ਉਹਨਾਂ ਕੋਲ ਐਮਪੀਜ਼ ਦਾ ਹੈਗਾ, ਤੇ ਜੇ ਇਹਨੂੰ ਕੱਢਦੇ ਤਾਂ ਐਮਪੀ ਦਾ ਆਂਕੜਾ ਹੀ ਘਟਾਉਂਦੇ ਆ ਨਾ ਉਹ। ਬਿਲਕੁਲ। ਜਿਵੇਂ ਆਪਾਂ ਗੱਲ ਕੀਤੀ ਕਿ ਮਹਾਰਾਣੀ ਪ੍ਰਨੀਤ ਕੌਰ ਤੇ ਸਵਾਲ ਚੁੱਕੇ ਗਏ, ਅਨੁਸ਼ਾਸਨ ਕਮੇਟੀ ਵੱਲੋਂ ਉਹਨਾਂ ਕੋਲ ਜਵਾਬ ਮੰਗਿਆ ਗਿਆ, ਇਹ ਪਹਿਲੀ ਵਾਰ ਤੇ ਨਹੀਂ ਉਹਨਾਂ ਕੋਲ ਜਵਾਬ ਮੰਗਿਆ ਗਿਆ, ਪਹਿਲਾਂ ਵੀ ਤਾਂ ਇੱਕ ਵਾਰੀ ਉਹਨਾਂ ਕੋਲੋਂ ਜਵਾਬ ਮੰਗਿਆ ਜਾ ਚੁੱਕਿਆ ਨਾ। ਹਾਂਜੀ ਬਿਲਕੁਲ। ਦੇਖੋ ਨਵੰਬਰ ਦੇ ਵਿੱਚ ਜਦੋਂ 2021 ਦੇ ਵਿੱਚ ਵੀ ਇਹ ਜਿਹੜੇ ਮਹਾਰਾਣੀ ਪ੍ਰਨੀਤ ਕੌਰ ਹੈ, ਇਹਨਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਹਵਾਲਾ ਦੇ ਕੇ ਨੋਟਿਸ ਪਾਇਆ ਗਿਆ ਸੀ, ਕਿਉਂਕਿ ਉਦੋਂ ਹੋਇਆ ਇਹ ਸੀਗਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਪੱਖ ਤਾਂ ਉਹਨੇ ਲੈਣਾ, ਕਿਉਂਕਿ ਉਹ ਇਹ ਜ਼ਰੂਰੀ ਨਹੀਂ ਹੈ ਕਿ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ, ਤੇ ਜੇ ਉਹਨਾਂ ਦੀ ਪਤਨੀ ਉਹਨਾਂ ਦਾ ਪੱਖ ਲੈ ਰਹੀ ਹੈ, ਤੇ ਉਹ ਵੀ ਬੀਜੇਪੀ ਦੀ ਵਿਚਾਰਧਾਰਾ ਨਾਲ ਮੈਚ ਕਰ ਗਈ, ਉਹ ਤਾਂ ਹਸਬੈਂਡ ਤਾਂ ਉਹਨਾਂ ਦੇ ਹੈਗੇ ਹੀ ਹੈ ਨਾ, ਹਸਬੈਂਡ ਤਾਂ ਆਪਣੇ ਹਸਬੈਂਡ ਦੀ ਸਾਈਡ ਤਾਂ ਉਹਨੇ ਲੈਣੀ ਹੈ। ਤੇ ਇਹਨਾਂ ਨੇ 21 ਦੇ ਵਿੱਚ ਵੀ ਅਜਿਹਾ ਕੀਤਾ ਸੀਗਾ ਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਇੱਕ ਨੋਟਿਸ ਜਾਰੀ ਕੀਤਾ ਸੀਗਾ, ਤੇ ਇਹ ਸਵਾਲ ਵੀ ਕੀਤਾ ਸੀਗਾ ਕਿ ਵੀ ਕਿਉਂ ਨਾ ਤੁਹਾਨੂੰ ਜਿਹੜਾ ਹੈ ਪਾਰਟੀ ਦੇ ਵਿੱਚੋਂ ਸਸਪੈਂਡ ਕਰਤਾ ਜਾਵੇ, ਕਿ ਤੁਸੀਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਲੱਗਦੇ ਹੋ ਸਾਨੂੰ। ਇਹ ਨੋਟਿਸ ਜਿਹੜਾ ਹੈਗਾ ਉਹ ਦਿੱਤਾ ਗਿਆ ਸੀਗਾ। ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਤੋਂ ਇਲੈਕਸ਼ਨ ਲੜਿਆ,
ਤੇ ਉਦੋਂ ਜ਼ਾਹਿਰ ਹੈ ਕਿ ਪਰਨੀਤ ਕੌਰ ਨੂੰ ਉਧਰ ਜਾਣਾ ਪਿਆ, ਕਿਉਂਕਿ ਹੁਣ ਸਿਰਫ ਕੈਪਟਨ ਹੀ ਨਹੀਂ, ਕੈਪਟਨ ਦੀ ਬੇਟੀ ਜਿਹੜੀ ਹੈ ਜੈਇੰਦਰ ਕੌਰ ਉਹ ਵੀ, ਤੇ ਉਹਨਾਂ ਦਾ ਇੱਕ ਬੇਟਾ ਜਿਹੜਾ ਉਹ ਬੀਜੇਪੀ 'ਚ ਚਲੇ ਗਏ ਨੇ। ਜੇ ਉਹ ਪਰਿਵਾਰ ਪੂਰਾ ਬੀਜੇਪੀ ਚਲੇ ਗਿਆ, ਸਿਰਫ ਇੱਕ ਮਹਾਰਾਣੀ ਪਰਨੀਤ ਕੌਰ ਜੇਕਰ ਰਹਿ ਗਈ ਹੈ ਤੇ ਉਹਨਾਂ ਨੂੰ ਕੀ ਲੋੜ ਹੈ ਇਹ ਕਾਂਗਰਸ ਨੂੰ ਇਹ ਕਹਿਣ ਦੀ ਕਿ ਵੀ ਤੁਸੀਂ ਵੀ ਜਾਓ, ਜਾਂ ਉਹਨਾਂ ਨੂੰ ਮਜਬੂਰ ਕਰਨ ਦੀ ਕੀ ਲੋੜ ਹੈ ਕਿ ਵੀ ਤੁਸੀਂ ਵੀ ਜਾਓ। ਕਿਉਂਕਿ ਜਿੱਦਾਂ ਦੀ ਜੋ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕੀਤਾ ਗਿਆ, ਜਦੋਂ ਕੈਪਟਨ ਅਮਰਿੰਦਰ ਸਿੰਘ ਛੱਡਣ ਨੂੰ ਮਜਬੂਰ ਹੋਏ ਨੇ, ਨਹੀਂ ਤਾਂ ਕੈਪਟਨ ਅਮਰਿੰਦਰ ਸਿੰਘ ਐਂਡ ਤੱਕ ਜਿਹੜਾ ਹੈਗਾ ਉਹ ਪਾਰਟੀ ਦੇ ਨਾਲ ਖੜੇ ਸੀ ਔਰ ਸੀਐਮ ਰਹੇ ਨੇ। ਉਸ ਤੋਂ ਬਾਅਦ ਤੁਸੀਂ ਦੇਖਿਆ ਕਿ ਸੀਐਮ ਭਾਵੇਂ 3 ਮਹੀਨੇ ਵਾਸਤੇ ਬਣੇ, ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਗਿਆ, ਤੇ ਪਾਰਟੀ ਦੀ ਜੋ ਹਾਲਾਤ ਮਤਲਬ ਉਸ ਦੌਰਾਨ ਰਹੇ ਹੈ, ਜੋ ਤੋੜ ਭੰਨ ਪਾਰਟੀ ਦੇ ਵਿੱਚ ਹੋਈ ਹੈ, ਜੋ ਮਤਲਬ ਬਿਖਰੇਵਾਂ ਪਾਰਟੀ ਦੇ ਵਿੱਚ ਹੋਇਆ, ਉਹ ਤੁਸੀਂ ਦੇਖਿਆ ਹੀ ਹੈ। ਕਈ ਧੜੇ ਬਣ ਗਏ। ਨਵਜੋਤ ਸਿੰਘ ਸਿੱਧੂ ਨੂੰ ਲੱਗਦਾ ਸੀ ਕਿ ਸ਼ਾਇਦ ਉਹਨਾਂ ਨੂੰ ਸੀਐਮ ਬਣਾਇਆ ਜਾਏਗਾ, ਉਹ ਵੀ ਵਿਰੋਧ ਵਿੱਚ ਬੋਲਣ ਲੱਗ ਪਏ। ਕੈਪਟਨ ਅਮਰਿੰਦਰ ਸਿੰਘ ਵੈਸੇ ਨਾਰਾਜ਼ ਹੋ ਗਏ, ਤੇ ਚੰਨੀ ਨੇ ਆਪਣਾ ਇੱਕ ਅਲੱਗ ਜਿਹਾ ਉਹ ਫੜ ਕੇ ਜਿਹੜਾ ਰਾਹ ਹੈ ਉਹ 'ਤੇ ਤੁਰ ਪਏ। ਉਹਨਾਂ ਨੂੰ ਇਹ ਲੱਗਾ ਕਿ ਸ਼ਾਇਦ ਅਗਲੀ ਵਾਰੀ ਜਦੋਂ ਸਾਡੀ ਸੱਤਾ ਬਣੂਗੀ ਤੇ ਉਹ 'ਚ, ਲੇਕਿਨ ਅਗਲੀ ਵਾਰੀ ਤਾਂ ਸੱਤਾ ਹੀ ਆਮ ਆਦਮੀ ਪਾਰਟੀ ਦੇ ਕੋਲ ਚਲੀ ਗਈ ਔਰ ਬਹੁਤ ਮਜ਼ਬੂਤੀ ਨਾਲ ਗਈ ਉਹਨਾਂ ਦੇ ਕੋਲ ਸੱਤਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਇਹ ਪਾਰਟੀ ਦੇ ਵਿੱਚ ਬਿਖਰੇਵੇਂ ਨੂੰ ਹਵਾ ਦਿੰਦੀਆਂ ਗਈਆਂ। ਹੁਣ ਕਿਉਂਕਿ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਰਿਹਾ ਹੋਣ ਵਾਲੇ ਨੇ, ਉਹਨਾਂ 'ਤੇ ਜਿਹੜਾ ਇੱਕ ਕੇਸ ਸੀਗਾ, ਕਾਫੀ ਪੁਰਾਣਾ ਕੇਸ ਸੀਗਾ 88 ਦਾ, ਉਹਦੇ ਚੱਕਰ ਦੇ ਵਿੱਚ 1 ਸਾਲ ਦੀ ਜੇਲ੍ਹ ਕੱਟ ਰਹੇ ਔਰ ਸ਼ਾਇਦ ਅਪ੍ਰੈਲ ਦੇ ਨੇੜੇ ਤੇੜੇ। ਵੈਸੇ ਤਾਂ ਕਿਉਂਕਿ ਐਤਕੀ ਕੈਬਨਿਟ ਦੇ ਵਿੱਚ ਜਿਹੜੀ ਗੱਲ ਇਹ ਸਾਹਮਣੇ ਆਈ ਸੀਗੀ, ਕੈਬਨਿਟ ਦੇ ਵਿੱਚ ਜ਼ਿਕਰ ਹੋਇਆ, ਕਿਉਂਕਿ ਲਾਅ ਐਂਡ ਆਰਡਰ ਦਾ ਜਿੰਨਾ ਵੀ ਜਿਹੜਾ ਹੈਗੀ ਜ਼ਿੰਮੇਵਾਰੀ ਹੈਗੀ ਉਹ ਸਟੇਟ ਗੌਰਮੈਂਟ ਦੀ ਹੁੰਦੀ ਹੈ। ਸਟੇਟ ਗੌਰਮੈਂਟ ਜੇ ਚਾਹਵੇ ਤਾਂ ਉਹਨੂੰ ਪਹਿਲਾਂ ਵੀ ਛੱਡ ਸਕਦੀ ਹੈ, ਕੋਈ ਬਹੁਤ ਵੱਡੀ ਕੋਈ ਫੈਸਲੇ ਵਾਲੀ ਗੱਲ ਨਹੀਂ ਹੈਗੀ। ਲੇਕਿਨ ਉਹਨਾਂ ਨੇ ਕਿਉਂਕਿ ਲੱਗਾ ਪਤਾ ਕਿ ਜਿਹੜੀ ਰੀਸੈਂਟ ਮੀਟਿੰਗ ਹੋਈ ਹੈ, ਕੈਬਨਿਟ ਦੀ ਮੀਟਿੰਗ ਹੋਈ ਹੈ, ਉਹਦੇ ਵਿੱਚ ਇਹ ਮੁੱਦਾ ਜਿਹੜਾ ਹੈਗਾ ਰੱਖਿਆ ਗਿਆ ਸੀਗਾ, ਤੇ ਹੋ ਸਕਦਾ ਹੈ ਕਿ ਉਹ ਜਲਦੀ ਹੀ ਬਾਹਰ ਆ ਜਾਣ। ਲੇਕਿਨ ਨਹੀਂ ਤਾਂ ਫਿਰ ਵੀ ਅਪ੍ਰੈਲ ਦੇ ਵਿੱਚ ਤਾਂ ਉਹਨਾਂ ਦੀ ਸਜ਼ਾ ਖਤਮ ਹੀ ਹੋ ਰਹੀ। ਤੇ ਜਦੋਂ ਨਵਜੋਤ ਸਿੰਘ ਸਿੱਧੂ ਨੇ ਬਾਹਰ ਆਉਣਾ ਹੈ, ਉਸ ਤੋਂ ਬਾਅਦ ਕੀ ਹੋਣਾ ਹੈ, ਕਿਉਂਕਿ ਰਾਜਾ ਵੜਿੰਗ ਔਰ ਨਵਜੋਤ ਸਿੰਘ ਸਿੱਧੂ ਇਹ ਦੋਵੇਂ ਹੀ ਜਿਹੜੇ ਕਿਹਾ ਜਾ ਸਕਦਾ ਕਿ ਇੱਕ ਬੋਲਣ ਵਾਲੇ ਲੀਡਰ ਨੇ, ਖੁੱਲ੍ਹ ਕੇ ਬੋਲਣ ਵਾਲੇ ਲੀਡਰ ਨੇ। ਤਾਂ ਮੈਨੂੰ ਨਹੀਂ ਇਹ ਲੱਗਦਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਬਾਹਰ ਆਉਣਗੇ ਤੇ ਉਹ ਕੁਝ ਨਹੀਂ ਕਹਿਣਗੇ ਬਾਹਰ ਨਿਕਲ ਕੇ, ਇਹ ਨਹੀਂ ਹੋ ਸਕਦਾ। ਤੇ ਹੁਣ ਦੇਖੋ, ਕਿਉਂਕਿ ਮਹਾਰਾਣੀ ਪਰਨੀਤ ਕੌਰ ਨੇ ਤਾਂ ਆਪਣਾ ਜਿਹੜਾ ਸਥਿਤੀ ਹੈ ਸਪਸ਼ਟ ਕਰ ਹੀ ਦਿੱਤੀ ਹੈ ਕਿ ਤੁਸੀਂ ਜੋ ਕਰਨਾ ਕਰ ਲਓ ਕਿ ਨਹੀਂ। ਤੇ ਮੈਂ ਅਜੇ, ਹਾਲਾਂਕਿ ਉਹਨਾਂ ਨੇ ਜ਼ਾਹਿਰ ਹੈ ਕਿ ਇਹ ਵੀ ਜ਼ਰੂਰ ਕਿਹਾ ਹੋਊਗਾ ਕਿ ਤੁਹਾਨੂੰ ਇਹ ਲੱਗਦਾ ਕਿ ਮੈਂ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹਾਂ, ਲੇਕਿਨ ਮੈਂ ਅਜਿਹਾ ਕੁਝ ਨਹੀਂ ਹੈਗਾ, ਠੀਕ ਹੈ, ਤੇ ਤੁਸੀਂ ਫਿਰ ਵੀ ਜੋ ਕਰਨਾ ਤੁਸੀਂ ਕਰ ਲਓ। ਜਦੋਂ ਪੰਜਾਬ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਹੈ ਕੈਪਟਨ ਅਮਰਿੰਦਰ ਸਿੰਘ, ਉਹ ਬੀਜੇਪੀ 'ਚ ਸ਼ਾਮਿਲ ਹੋਏ ਤਾਂ ਮਾਰਗਰੇਟ ਅਲਵਾ ਨੇ ਵੀ ਉਹਨਾਂ ਤੇ ਤਾਂ ਨਿਸ਼ਾਨੇ ਸਾਧੇ। ਉਹਨਾਂ ਨੇ ਕਿਹਾ ਕਿ ਜਿਹੜੇ ਸਾਬਕਾ ਮੁੱਖ ਮੰਤਰੀ ਆ ਉਹਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਜਿਹੜੇ ਹੈਗੇ ਜ਼ਿਆਦਾ ਸਮਝਦਾਰ ਲੱਗਦੇ ਆ। ਬਸ ਇੱਥੋਂ ਹੀ ਆ ਕੇ ਦੇਖੋ ਨਾ ਤੁਸੀਂ, ਇੱਕੋ ਹੀ ਪਾਰਟੀ ਦੇ ਦੋਨੋਂ ਲੀਡਰ ਹੈਗੇ ਆ। ਇੱਕ ਸਟੇਟ ਲੀਡਰ ਹੈਗਾ ਤੇ ਇੱਕ ਥੋੜੀ ਨੈਸ਼ਨਲ ਲੀਡਰ ਹੈ, ਕਿਉਂਕਿ ਜਦੋਂ ਉਪ ਰਾਸ਼ਟਰਪਤੀ ਦੀ ਚੋਣ ਹੋਈ ਹੈ ਤੇ ਵਿਰੋਧੀ ਧਿਰ ਦੀ ਲੀਡਰ ਉਹਨਾਂ ਨੂੰ ਮਤਲਬ ਉਮੀਦਵਾਰ ਬਣਾਇਆ ਗਿਆ ਸੀਗਾ, ਮਾਰਗਰੇਟ ਅਲਵਾ ਨੂੰ, ਵੱਡੀ ਲੀਡਰ ਹੈਗੀਆਂ ਉਹ ਵੀ। ਉਹਨਾਂ ਨੇ ਇਹ ਕਿਉਂ ਕਿਹਾ? ਉਹਨਾਂ ਨੇ ਇਹ ਕਿਹਾ ਕਿ ਚਾਹੇ ਕੈਪਟਨ ਅਮਰਿੰਦਰ ਸਿੰਘ ਬੀਜੇਪੀ 'ਚ ਚਲੇ ਗਏ, ਲੇਕਿਨ ਮਹਾਰਾਣੀ ਪਰਨੀਤ ਕੌਰ ਨੇ ਅਜਿਹਾ ਕੋਈ ਫੈਸਲਾ ਨਹੀਂ ਲਿਆ ਔਰ ਉਹ ਜ਼ਿਆਦਾ ਸਮਝਦਾਰ ਮੈਨੂੰ ਲੱਗਦੀ ਹੈ। ਤੇ ਅੱਜ ਅਚਾਨਕ ਜਿਹੜਾ ਹੈਗਾ ਇੱਕ ਸੂਬੇ ਦਾ ਪ੍ਰਧਾਨ ਉਹ ਹਾਇਰ ਅਥਾਰਟੀ ਨੂੰ ਸ਼ਿਕਾਇਤ ਕਰਦਾ ਕਿ ਜੀ ਇਹ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੈ ਤੇ ਇਹਨਾਂ ਨੂੰ ਪਾਰਟੀ ਤੋਂ ਕਿਉਂ ਨਾ ਬਾਹਰ ਦਾ ਰਸਤਾ ਦਿਖਾਇਆ ਜਾਵੇ। ਨੋਟਿਸ ਭਿਜਵਾਉਂਦਾ, ਬਕਾਇਦਾ ਨੋਟਿਸ ਭਿਜਵਾਇਆ ਔਰ ਉਸ ਤੋਂ ਬਾਅਦ ਪਹਿਲਾਂ ਸਸਪੈਂਡ ਕੀਤਾ ਗਿਆ, ਫਿਰ ਨੋਟਿਸ ਭਿਜਵਾਇਆ। ਹੁਣ ਨੋਟਿਸ ਦਾ ਜ਼ਾਹਿਰ ਹੈ ਕਿ ਜੇ 3 ਦਿਨ ਦਾ ਸਮਾਂ ਦਿੱਤਾ, ਜਵਾਬ ਤਾਂ ਉਹਨਾਂ ਨੂੰ ਦੇਣਾ ਹੀ ਪੈਣਾ ਸੀਗਾ। ਨਾ ਜਵਾਬ ਦਿੰਦੇ ਤਾਂ ਉਹਨਾਂ ਪਾਰਟੀ ਨੇ ਮਤਲਬ ਉਹਨਾਂ 'ਤੇ ਐਕਸ਼ਨ ਲੈਣਾ ਸੀਗਾ। ਉਹਨਾਂ ਨੇ ਪਹਿਲਾਂ ਹੀ ਜਵਾਬ ਦੇ ਦਿੱਤਾ ਕਿ ਨਹੀਂ, ਜੋ ਤੁਸੀਂ ਕਰਨਾ ਕਰ ਲਓ। ਤੇ ਇਹ ਮਾਰਗਰੇਟ ਅਲਵਾ ਜਿਹੜੀ ਹੈ ਬਹੁਤ ਪੁਰਾਣੀ ਔਰ ਬਹੁਤ ਵੱਡੀ ਲੀਡਰ ਹੈ, ਤੇ ਇਹਨਾਂ ਨੇ ਵੀ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਚਲੋ ਪਹਿਲਾਂ ਵੀ ਪਾਰਟੀ ਬਣਾ ਚੁੱਕੇ, ਨਵੀਂ ਕੋਈ ਪਹਿਲੀ ਵਾਰੀ ਨਹੀਂ ਕਿ ਉਹਨਾਂ ਨੇ ਇੱਕ ਪਾਰਟੀ ਬਣਾ ਕੇ ਔਰ ਕਿਸੇ ਦਲ 'ਚ ਮਤਲਬ ਮਰਜ ਹੋਏ ਹੈ। ਉਹ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਪੰਥਕ ਬਣਾਇਆ ਸੀ ਉਹਨਾਂ ਨੇ, ਉਹ ਵੀ ਉਹਨਾਂ ਨੇ ਇੱਦਾਂ ਮਰਜ ਕਰ ਦਿੱਤਾ ਸੀਗਾ। ਤੇ ਉਹ ਹੁਣ ਕੀ ਹੈ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ 'ਚ ਸੀਗੇ, ਉਸ ਤੋਂ ਬਾਅਦ ਉਹਨਾਂ ਨੇ
ਕਾਂਗਰਸ ਜੁਆਇਨ ਕੀਤੀ ਜਦੋਂ, ਤੇ ਇਹ ਇਸੇ ਨੂੰ ਆਧਾਰ ਬਣਾ ਕੇ ਮਾਰਗਰੇਟ ਅਲਵਾ ਨੇ ਜਿਹੜਾ ਕਿਹਾ ਨਾ, ਉਹ ਇਹ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਮੈਨੂੰ ਸਮਝਦਾਰ ਲੱਗਦੀ ਹੈ ਕਿ ਜੇ ਉਹਨਾਂ ਨੇ ਪਾਰਟੀ ਨਹੀਂ ਛੱਡੀ, ਤੇ ਪਾਰਟੀ ਨਹੀਂ ਛੱਡੀ ਤੇ ਫਿਰ ਅੱਜ ਉਹਨਾਂ ਨੂੰ ਪਾਰਟੀ ਛੱਡਣ ਲਈ ਇੱਕ ਕਿਉਂ ਮਜਬੂਰ ਕੀਤਾ ਜਾ ਰਿਹਾ? ਜਿਹੜੀ ਇਹ ਕਾਂਗਰਸ ਪਾਰਟੀ ਇਹਦੇ ਵਿੱਚ ਹਨਾ ਸ਼ੁਰੂ ਤੋਂ ਹੀ ਧੜੇਬਾਜ਼ੀਆਂ ਬਣਦੀਆਂ ਰਹੀਆਂ, ਤਕਰਾਰਾਂ ਹੁੰਦੀਆਂ ਰਹੀਆਂ, ਹੁਣ ਇਹ ਜਿਹੜੀ ਨਵੀਂ ਤਕਰਾਰ ਹੁਣ ਪੈਦਾ ਹੋ ਗਈ, ਇਹਦਾ ਕੀ ਅੱਗੇ ਜਾ ਕੇ ਅਸਰ ਹੋ ਸਕਦਾ? ਇਹਦਾ ਅਸਰ ਦੇਖੋ ਕੀ ਹੋਏਗਾ, ਇਹ ਤਾਂ ਚਲੋ ਕਿਉਂਕਿ ਇਲੈਕਸ਼ਨ ਬਿਲਕੁਲ ਨਜ਼ਦੀਕ ਹੈਗੇ, ਜਿਹੜੇ ਲੋਕ ਸਭਾ ਦੇ ਇਲੈਕਸ਼ਨ ਬਿਲਕੁਲ ਨਜ਼ਦੀਕ ਨੇ। ਹਾਲਾਂਕਿ ਪੰਜਾਬ ਦੀਆਂ ਕੋਈ ਬਹੁਤ ਜ਼ਿਆਦਾ ਸੀਟਾਂ ਨਹੀਂ ਹੈਗੀਆਂ, 13 ਸੀਟਾਂ ਲੋਕ ਸਭਾ ਦੀਆਂ ਹੈਗੀਆਂ, ਲੇਕਿਨ ਫਿਰ ਵੀ ਕਾਂਗਰਸ ਮੌਜੂਦਾ ਜਿਹੜੀ ਸਥਿਤੀ ਦੇ ਵਿੱਚ, ਮਜ਼ਬੂਤ ਸਥਿਤੀ ਦੇ ਵਿੱਚ ਹੈ। ਇਹਨਾਂ ਦੇ ਜਿਹੜੇ ਐਮਪੀਜ਼ ਨੇ ਉਹ ਵੱਡੀ ਪਾਰਟੀ ਹੈ ਲੋਕ ਸਭਾ ਦੇ ਹਿਸਾਬ ਨਾਲ, ਪੰਜਾਬ ਦੇ ਵਿੱਚ ਵੱਡੀ ਪਾਰਟੀ ਹੈ। ਤੇ ਜਿਹੜੀ ਹੁਣ ਮੌਜੂਦਾ ਸਥਿਤੀ ਨੂੰ ਜੇ ਧਿਆਨ 'ਚ ਰੱਖੇ, ਜਿਹੜੀ ਮੌਜੂਦਾ ਲੀਡਰਸ਼ਿਪ ਹੈ, ਮੌਜੂਦਾ ਹੁੰਦਾ ਕੀ ਹੈ ਕਿ ਜਦੋਂ ਕਦੀ ਕੋਈ ਜੂਨੀਅਰ, ਕਿਉਂਕਿ ਮਹਾਰਾਣੀ ਪ੍ਰਨੀਤ ਕੌਰ ਤਾਂ ਸੀਨੀਅਰ ਮੈਂਬਰਾਂ ਦੇ ਵਿੱਚ ਗਿਣਤੀ ਆਉਂਦੀ, ਉਮਰ ਵੀ ਵੱਡੀ ਹੈ ਔਰ ਵੈਸੇ ਵੀ ਇੱਕ ਪੁਰਾਣੇ ਲੀਡਰ ਨੇ, ਤੇ ਜਦੋਂ ਕੋਈ ਉਹਨਾਂ ਦੇ ਜੂਨੀਅਰ ਕੋਈ ਐਕਸ਼ਨ ਲੈਂਦਾ ਨਾ, ਫਿਰ ਉਹਨਾਂ ਨੂੰ ਥੋੜ੍ਹਾ ਜਿਹਾ ਹੁੰਦਾ ਹੈ ਕਿ ਯਾਰ ਮੇਰੀ ਸ਼ਿਕਾਇਤ। ਔਰ ਹੁੰਦਾ ਕੀ ਹੈ ਕਿ ਜਦੋਂ ਕੋਈ ਜੂਨੀਅਰਸ ਨੂੰ ਕੋਈ ਜ਼ਿੰਮੇਵਾਰੀ ਮਿਲਦੀ ਹੈ ਨਾ, ਉਹਨੂੰ ਸੀਨੀਅਰ ਜਿਹੜੇ ਮੈਂਬਰ ਹੈਗੇ ਆ ਉਹਨਾਂ ਦੇ ਨਾਲ ਰਲ ਕੇ ਚੱਲਣਾ ਚਾਹੀਦਾ, ਉਹਨਾਂ ਦਾ ਧਿਆਨ ਰੱਖਣਾ ਚਾਹੀਦਾ। ਤੇ ਜਦੋਂ ਉਹਨਾਂ ਦਾ ਧਿਆਨ ਰੱਖੋ ਤਾਂ ਇਹ ਤਾਂ ਸੀਨੀਅਰ ਮੈਂਬਰ ਕਦੀ ਕਿਸੇ ਦਾ ਕੁਝ ਇਹ ਨਹੀਂ ਹੁੰਦਾ ਕਿ ਵੀ ਉਹ ਕੁਝ ਵਿਗਾੜਨ ਦੀ ਸੋਚ ਰਿਹਾ, ਵਿਗਾੜਨ ਦੀ ਨਹੀਂ ਸੋਚਦਾ ਉਹ ਜੇ ਤੁਹਾਨੂੰ ਸਲਾਹ ਨਾ ਵੀ ਦਊਗਾ ਤਾਂ ਚੁੱਪ ਰਹੇਗਾ, ਤੁਹਾਨੂੰ ਕੁਝ ਕਹੇਗਾ ਨਹੀਂ, ਨਾ ਹੀ ਤੁਹਾਡੀ ਸ਼ਿਕਾਇਤ ਕਰੇਗਾ ਨਾ ਕੁਝ। ਤੇ ਉਹਦੇ 'ਚ ਕੀ ਹੁੰਦਾ ਕਿ ਲੇਕਿਨ ਲੋਕਲ ਜਿਹੜੀ ਮੌਜੂਦਾ ਯੰਗ ਬ੍ਰਿਗੇਡ ਹੈ ਨਾ, ਉਹਨੂੰ ਇਹ ਲੱਗਦਾ ਕਿ ਨਹੀਂ ਯਾਰ ਹੁਣ ਇਹ ਲੋਕ ਸਾਰੀ ਜ਼ਿੰਦਗੀ ਇਹਨਾਂ ਨੇ ਰਾਜਨੀਤੀ 'ਚ ਕੱਢ ਦਿੱਤੀ ਹੈ, ਸੀਟਾਂ 'ਚ ਬੈਠੇ ਰਹੇ ਨੇ, ਕੰਮ ਕੀਤਾ ਨਹੀਂ ਹੈਗਾ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੇ ਵੀ ਇਹੀ ਆਰੋਪ ਲੱਗਦੇ ਸੀਗੇ, ਜਦ ਕਿ ਕੈਪਟਨ ਅਮਰਿੰਦਰ ਸਿੰਘ ਦੇਖੋ ਪਹਿਲੋਂ ਜਦੋਂ ਉਹ 2002 ਦੇ ਵਿੱਚ ਸੀਐਮ ਰਹੇ ਨੇ, ਕੈਪਟਨ ਹੋਇਆ ਕਰਦੀ ਸੀ ਉਸ ਵੇਲੇ, ਬਹੁਤ ਕੰਮ ਕੀਤੇ ਔਰ ਬਹੁਤ ਲੀਡਰ ਜਿਹੜੇ ਹੈਗੇ ਉਹਨਾਂ ਦੇ ਮਗਰ ਫਿਰਦੇ ਸੀਗੇ। ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਸੱਤਾ ਦੇ ਵਿੱਚ, ਕਿਉਂਕਿ ਚੰਨੀ ਤਾਂ ਲਾਸਟ ਦੇ ਵਿੱਚ ਬਿਲਕੁਲ ਜਾ ਕੇ ਸੀਐਮ ਬਣੇ, ਉਸ ਤੋਂ ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਹੀ ਰਹੇ। ਔਰ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਾਰ ਵੀ, ਹੁੰਦਾ ਕੀ ਹੈ ਕਿ ਜਦੋਂ ਤੁਹਾਨੂੰ ਕੋਈ ਲੀਡਰਸ਼ਿਪ ਦਿੱਤੀ ਜਾਂਦੀ ਹੈ ਨਾ, ਤੇ ਤੁਹਾਡੀ ਲੀਡਰਸ਼ਿਪ ਦੇ ਮਗਰ ਚੱਲਣ ਵਾਲੇ ਲੋਕ ਚਾਹੀਦੇ ਆ, ਤੁਹਾਨੂੰ ਫੋਲੋ ਕਰਨ ਵਾਲੇ ਲੋਕ ਚਾਹੀਦੇ ਆ। ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਇਹ ਕੁਆਲਿਟੀ ਸੀਗੀ ਕਿ ਉਹਨਾਂ ਦੇ ਮਗਰ ਚੱਲਣ ਵਾਲੇ ਲੋਕ ਬਹੁਤ ਸੀਗੇ। ਤੇ ਲੇਕਿਨ 2-4 ਲੀਡਰਾਂ ਨੇ ਜਦੋਂ ਉਹਨਾਂ ਦੇ ਖਿਲਾਫ ਬੋਲਿਆ ਤੇ ਉਹ ਕੈਪਟਨ ਨੂੰ ਲੱਗਾ ਕਿ ਨਹੀਂ ਯਾਰ ਹੁਣ ਸ਼ਾਇਦ ਮੇਰੀ ਇਸ ਪਾਰਟੀ 'ਚ ਲੋੜ ਨਹੀਂ ਰਹੀ, ਇਸ ਕਰਕੇ ਉਹਨਾਂ ਨੇ ਪਾਰਟੀ ਛੱਡ ਦਿੱਤੀ। ਪਹਿਲਾਂ ਆਪਣੀ ਪਾਰਟੀ ਬਣਾਈ, ਉਸ ਤੋਂ ਬਾਅਦ 'ਚ ਉਹ ਬੀਜੇਪੀ 'ਚ ਸ਼ਾਮਲ ਹੋ ਗਏ। ਤੇ ਇੱਕ ਇਲੈਕਸ਼ਨ ਲੜ ਕੇ ਉਹਨਾਂ ਨੇ ਦੇਖ ਲਿਆ ਕਿ ਮੈਂ ਕਿੱਥੇ ਖੜਾ, ਕਿਉਂਕਿ ਜਿਹੜੀ ਪਾਰਟੀ ਇਲੈਕਸ਼ਨ ਤੋਂ ਕੁਝ ਮਹੀਨੇ ਪਹਿਲਾਂ ਹੀ ਬਣੀ ਹੋਵੇ, ਜ਼ਾਹਿਰ ਹੈ ਕਿ ਉਹਨੂੰ ਕੋਈ ਬਹੁਤ ਜ਼ਿਆਦਾ ਮਜ਼ਬੂਤੀ ਤਾਂ ਮਿਲ ਨਹੀਂ ਸੀ ਸਕਦੀ। ਲੇਕਿਨ ਇਹ ਜ਼ਰੂਰ ਹੈ ਕਿ ਉਹਨਾਂ ਨੂੰ ਉਹ ਰਾਜਨੀਤੀ ਤੋਂ ਬਾਹਰ ਨਹੀਂ ਹੋਏ, ਰਾਜਨੀਤੀ 'ਚ ਰਹੇ ਔਰ ਉਹਨਾਂ ਨੇ ਬੀਜੇਪੀ ਜੁਆਇਨ ਕਰ ਲਈ। ਬੀਜੇਪੀ ਦੇ ਵਿੱਚ ਉਹਨਾਂ ਦੀ ਮਜ਼ਬੂਤ ਸਥਿਤੀ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਇੱਕ ਨਾਮ ਹੈ, ਵੱਡਾ ਨਾਮ ਹੈ। ਇੱਦਾਂ ਹੀ ਮਹਾਰਾਣੀ ਪ੍ਰਨੀਤ ਕੌਰ ਜੇ ਕੱਲ੍ਹ ਨੂੰ ਕਾਂਗਰਸ ਦੇ ਵਿੱਚ ਨਹੀਂ ਰਹਿੰਦੀ ਤਾਂ ਤੇ ਕਾਂਗਰਸ ਨੂੰ ਉਹਦਾ ਨੁਕਸਾਨ ਮੈਨੂੰ ਲੱਗਦਾ ਕਿ ਹੋ ਸਕਦਾ, ਨਾ ਕਿ ਜਿਹੜੀ ਪਾਰਟੀ 'ਚ ਸ਼ਾਮਲ ਹੋਣਗੇ ਉਹਨਾਂ ਨੂੰ। ਕਿਉਂਕਿ ਜਦੋਂ ਕਿਸੇ ਦਾ ਨਾਮ ਲੈ ਕੇ ਹੀ ਉਹਦਾ ਚਿਹਰਾ ਸਾਹਮਣੇ ਆਉਣ ਲੱਗ ਪਵੇ ਨਾ, ਰਾਜਨੀਤੀ ਦੇ ਵਿੱਚ ਇਹ ਹੁੰਦਾ ਕਿ ਤੁਹਾਡਾ ਨਾਮ ਜਿਹੜਾ ਹੈ ਨਾ ਉਹੀ ਬੋਲਦਾ ਹੈ। ਹੁਣ ਪੰਜਾਬ ਦੇ ਵਿੱਚ ਕਈ ਲੀਡਰ ਵੱਡੇ ਇੱਦਾਂ ਦੇ ਨੇ ਜਿਨ੍ਹਾਂ ਦਾ ਨਾਮ ਲਓ ਤਾਂ ਪੰਜਾਬ ਸਾਹਮਣੇ ਆ ਜਾਂਦਾ ਕਿ ਯਾਰ ਇਹ ਪੰਜਾਬ ਦਾ ਲੀਡਰ ਹੈਗਾ। ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਹੀ ਇਹ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਹੈ, ਕਿਉਂਕਿ ਪੁਰਾਣਾ ਬਿਊਰੋਕ੍ਰੇਸੀ 'ਚ ਵੀ ਰਹੇ ਨੇ ਤੇ ਇਹਨਾਂ ਦੇ ਜਿਹੜੇ ਪਰਿਵਾਰ ਰਜਵਾੜਾ ਪਰਿਵਾਰ ਹੈ ਔਰ ਸ਼ੁਰੂ ਤੋਂ ਹੀ ਬਿਊਰੋਕ੍ਰੇਸੀ ਅੰਗਰੇਜ਼ੀ ਟਾਈਮ ਤੋਂ ਹੀ ਇਹਨਾਂ ਦੇ ਅੱਗੇ ਪਿੱਛੇ ਫਿਰਦੀ ਰਹੀ ਹੈ ਤੇ ਇਹ ਨਾਮ ਵੀ ਵੱਡੇ ਨੇ। ਤੇ ਹੁਣ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਜਿਹੜਾ ਆ ਹੋਇਆ ਇਨਸੀਡੈਂਟ, ਇਹਦਾ ਮੈਨੂੰ ਨਹੀਂ ਲੱਗਦਾ ਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਇਹਦਾ ਕੋਈ ਖਾਸ ਫਰਕ ਪੈਣ ਵਾਲਾ, ਤਾਂ ਹੀ ਉਹਨਾਂ ਨੇ ਇੰਨਾ ਸਖਤ ਰੁਖ ਇਖਤਿਆਰ ਕੀਤਾ ਕਿ ਤੁਸੀਂ ਜੋ ਕਰਨਾ ਕਰ ਲਓ। ਕਿਉਂਕਿ ਇੱਕ ਤਾਂ ਜਿਹੜੀ MP ਦੀ ਮੈਂਬਰਸ਼ਿਪ ਹੈ ਉਹਦਾ ਵੀ ਉਹਨਾਂ ਨੂੰ ਪਤਾ ਕੁਛ ਨਹੀਂ ਵਿਗੜ ਰਿਹਾ, ਤੇ ਮੇਰਾ ਜਦੋਂ ਤੱਕ ਇਹਨਾਂ ਨੇ ਕੋਈ ਐਕਸ਼ਨ ਲੈਣਾ ਹੈ ਜਾਂ ਮੈਨੂੰ ਜਵਾਬ ਵੀ ਦੇਣਾ ਇਹਨਾਂ ਨੇ, ਜਾਂ ਜਦੋਂ ਮੇਰੀ ਮੈਂਬਰਸ਼ਿਪ ਖਤਮ ਹੋਣ ਵਾਲੀ ਹੋਏਗੀ ਉਦੋਂ ਜੇ ਪਾਰਟੀ ਮੇਰੀ ਸੁਣੇਗੀ ਤਾਂ ਠੀਕ ਹੈ, ਨਹੀਂ ਸੁਣੇਗੀ ਤਾਂ ਕਿਸੇ ਹੋਰ ਪਾਰਟੀ ਚੱਲ ਜਾਂਗੇ। ਇਹ ਮਤਲਬ ਇੱਕ ਮਜ਼ਬੂਤੀ ਜਿਹੜੀ ਆ ਉਹਨੂੰ ਪਹਿਲਾਂ ਤੋਂ ਹੀ ਮਿਲੀ ਹੋਈ ਹੈ। ਇਸ ਕਰਕੇ ਮਹਾਰਾਣੀ ਪ੍ਰਨੀਤ ਕੌਰ ਕੋਈ ਖਾਸ ਜਿਹੜਾ ਹੈਗਾ ਉਹ ਇਹਦੇ ਬਾਰੇ ਮੈਨੂੰ ਨਹੀਂ ਲੱਗਦਾ ਕਿ ਇਹਦੇ ਬਾਰੇ ਕੋਈ ਜ਼ਿਆਦਾ ਸੋਚਦੀ ਹੋਣੀ ਹੈ ਕਿ ਮੇਰਾ ਕੀ ਹੋਊਗਾ। ਤੇ ਇਹ ਸੀ ਸਾਡਾ ਅੱਜ ਦਾ ਮੁੱਦਾ, ਤੇ ਕੱਲ ਕਿਸੇ ਨਵੇਂ ਮੁੱਦੇ ਦੇ ਨਾਲ ਅਸੀਂ ਫਿਰ ਤੋਂ ਤੁਹਾਡੇ ਨਾਲ ਜੁੜਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।